ਸਤਨਾਮ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ। ਉਹ ਅਬਨਾਸੀ ਪੁਰਖ ਹੈ, ਜੋ ਸਭ ਮੈਂ ਰਿਹਾ ਸਮਾਏ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੈ। ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨ ਪਾਵੈ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਗੁਰ ਕਰ ਸ਼ਬਦ ਸਪੁੰਨ, ਅਗਨ ਕਟੈ ਸਭ ਤੇਰੇ। ਗੁਰ ਨੈਣ ਬੈਨ ਗੁਰ ਗੁਰ ਕਰੋ, ਗੁਰੂ ਸਤ ਕਬ ਨਲ ਕਹੈ। ਜਿਨ ਗੁਰੂ ਨਾ ਦੇਖਿਓ ਨਹਿ ਕੀਓ, ਤੇ ਅਖਜਤ ਸੰਸਾਰ ਮਹਿ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਗੁਰ ਕੀ ਟੇਕ ਰਹੋ ਦਿਨ ਰਾਤ, ਜਾਂ ਕੀ ਕੋਈ ਨਾ ਮਿਟੈ ਦਾਤ। ਗੁਰ ਪਰਮੇਸ਼ਰ ਏਕੋ ਜਾਨ, ਜੋ ਤਿਸ ਭਾਵੈ ਸੋ ਪ੍ਰਵਾਨ। ਪਰਮ ਸਨਮਾਨਯੋਗ ਆਦਰਯੋਗ ਗੁਰੂ ਦਾ ਖਾਸ ਰੂਪ ਸਾਧ ਸੰਗਤ ਜੀਓ, ਮਹਾਨ ਵਡਭਾਗੀ ਹੋ। ਅੱਜ ਬੜਾ ਹੀ ਖੁਸ਼ੀਆਂ ਭਰਿਆ ਦਿਨ ਹੈ। ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, 9ਵੇਂ ਪਾਤਸ਼ਾਹ, ਹਿੰਦ ਦੀ ਨਹੀਂ, ਧਰਮ ਦੀ ਨਹੀਂ, ਜੋ ਸਾਰੀ ਸ੍ਰਿਸ਼ਟੀ ਦੀ ਚਾਦਰ ਹਨ, ਉਹਨਾਂ ਦਾ ਅੱਜ ਬਹੁਤ ਹੀ ਪਾਵਨ ਪਵਿੱਤਰ ਦਿਹਾੜਾ, ਜੋ ਕਿ ਬਾਬਾ ਬਕਾਲਾ ਸਾਹਿਬ ਜੀ ਦੀ ਪਾਵਨ ਪਵਿੱਤਰ ਨਗਰੀ ਦੇ ਵਿੱਚ ਗੁਰੂ ਲਾਦੋਰੇ ਦੀ ਆਵਾਜ਼ ਦੇ ਕੇ ਇੱਕ ਗੁਰੂ ਦੇ ਪਿਆਰ ਵਾਲੇ ਸਿੱਖ, ਸ਼ਾਹੂਕਾਰ, ਮਹਾਨ ਧਨਾਢ, ਮਹਾਨ ਵਪਾਰੀ, ਮਹਾਨ ਵਣਜਾਰਾ, ਮਹਾਨ ਯੋਧਾ, ਮਹਾਨ ਬਲੀ, ਮਹਾਨ ਸੂਰਮਾ ਤੇ ਬਹੁਤ ਹੀ ਦਲੇਰ ਤੇ ਹੌਸਲੇ ਵਾਲਾ ਬਾਬਾ ਮੱਖਣ ਸ਼ਾਹ ਲੁਬਾਣਾ, ਜਿਨ੍ਹਾਂ ਨੇ ਗੁਰੂ ਸਾਹਿਬ ਜੀ ਨੂੰ ਗੁਰੂ ਰੂਪ ਪ੍ਰਗਟ ਕੀਤਾ। ਅੱਜ ਉਹ ਗੁਰੂ ਲਾਦੋਰੇ ਦਿਵਸ ਸਾਰੀਆਂ ਸਮੂਹ ਸੰਗਤਾਂ ਵੱਲੋਂ ਇਹ ਦਿਹਾੜਾ ਮਨਾਇਆ ਜਾ ਰਿਹਾ। ਆਓ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ, ਜਿਹੜੇ ਕਿ ਪ੍ਰਕਾਸ਼ਮਾਨ ਹਨ, ਸੁਸ਼ੋਭਿਤ ਹਨ, ਸੁਭਾਇਮਾਨ ਹਨ, ਮਹਾਰਾਜ ਦੀ ਹਜ਼ੂਰੀ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਜਸ ਕਰਕੇ, ਗੁਰੂ ਦੀ ਵਡਿਆਈ ਕਰਕੇ, ਸਤਿਗੁਰੂ ਜੀ ਆਪ ਬਖਸ਼ਿਸ਼ ਕਰਨ। ਸ੍ਰੀ ਹਰਿਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁੱਖ ਜਾਏ। ਆਪਣਾ ਮਿਹਰ ਭਰਿਆ ਬਖਸ਼ਿਸ਼ ਭਰਿਆ ਹੱਥ ਰੱਖ ਕੇ, ਆਪਣਾ ਥਾਪੜਾ ਦੇ ਕੇ, ਤੇ ਸਤਿਗੁਰੂ ਜੀ ਆਪ ਆਪਣਾ ਜਸ ਕਰਵਾ ਲੈਣ। ਸਾਰੀਆਂ ਸੰਗਤਾਂ ਨੂੰ ਬਹੁਤ ਹੀ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਕਿ ਆਪ ਜੀ ਜਿੱਥੇ ਜਿੱਥੇ ਵੀ ਬੈਠੇ ਹੋ, ਜਿੱਥੇ ਜਿੱਥੇ ਵੀ ਇਸ ਵੇਲੇ ਅਕਾਲ ਚੈਨਲ ਵੇਖ ਰਹੇ ਹੋ, ਸੁਣ ਰਹੇ ਹੋ, ਗੁਰੂ ਸਾਹਿਬ ਜੀ ਨੂੰ ਨਤਮਸਤਕ ਹੋਈਏ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਤੇ ਸਤਿਗੁਰੂ ਸਾਹਿਬ ਜੀ ਦੇ ਪਾਵਨ ਤੇ ਪਵਿੱਤਰ ਚਰਨ ਕਮਲਾਂ ਦੇ ਵਿੱਚ ਸਤਿਗੁਰੂ ਸਾਹਿਬ ਜੀ ਦੇ ਨਤਮਸਤਕ ਹੁੰਦੇ ਹੋਏ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰੀ ਲਗਵਾਈਏ। ਸਾਰੇ ਕਰੋ ਕਿਰਪਾ ਜੀ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਤੋਂ ਪਹਿਲਾਂ ਗੁਰੂ ਘਰ ਦੇ ਮਹਾਨ ਕੀਰਤਨੀਏ ਭਾਈ ਗੁਰਦੀਪ ਸਿੰਘ ਜੀ ਸ਼ਾਨ ਸੌਥੌਲ ਵਾਲੇ, ਤਿੰਨਾਂ ਨੇ ਬਹੁਤ ਹੀ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਆਪ ਜੀ ਨੂੰ ਸਰਵ ਕਰਵਾਇਆ ਹੈ। ਬੜੀ ਅਪਾਰ ਕਿਰਪਾ ਹੈ ਗੁਰੂ ਦੀ ਇਹਨਾਂ ਦੇ ਉੱਪਰ। ਭਾਈ ਜਸਪਾਲ ਸਿੰਘ ਜੀ ਸ਼ਾਂਤ ਇਟਲੀ ਵਾਲੇ, ਉਹਨਾਂ ਨੇ ਕੀਰਤਨ ਦੇ ਨਾਲ ਜੋੜਿਆ। ਆਓ ਹੁਣ ਗੁਰੂ ਦੀ ਬਖਸ਼ਿਸ਼ ਲਈਏ। ਤੇ ਸਭ ਤੋਂ ਪਹਿਲਾਂ ਸਾਧ ਸੰਗਤ ਜੀ ਜੁੜ ਜਾਓ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਨਾਲ। ਸਤਿਗੁਰੂ ਸਾਹਿਬ ਜੀ ਦੀ ਉਹ ਤਸਵੀਰ, ਸਤਿਗੁਰੂ ਸਾਹਿਬ ਜੀ ਦਾ ਉਹ ਚਿਹਰਾ ਮੋਹਰਾ, ਸਤਿਗੁਰੂ ਸਾਹਿਬ ਜੀ ਦਾ ਉਹ ਸਰੂਪ ਸਾਹਮਣੇ ਲੈ ਕੇ ਆਓ, ਜੋ ਗੁਰਸਿੱਖ ਰੋਜ਼
ਅਰਦਾਸ ਦੇ ਵਿੱਚ ਦੁਹਰਾਉਂਦਾ ਹੈ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਤੇਗ ਬਹਾਦਰ ਸਿਮਰਿਐ ਕਰ ਨਉ ਨਿਧ ਆਵੈ ਧਾਇ ਸਭ ਥਾਈ ਹੋਏ ਸਹਾਇ ਕਰ ਨਉ ਨਿਧ ਆਵੈ ਧਾਇ 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 ਤੇਗ ਬਹਾਦਰ ਸਿਮਰਿਐ ਤੇਗ ਬਹਾਦਰ ਸਿਮਰਿਐ ਕਰ ਨਉ ਨਿਧ ਆਵੈ ਧਾਇ ਕਰ ਨਉ ਨਿਧ ਆਵੈ ਧਾਇ ਸਭ ਥਾਈ ਹੋਏ ਸਹਾਇ ਸਭ ਥਾਈ ਹੋਏ ਸਹਾਇ ਸਭ ਥਾਈ ਹੋਏ ਸਹਾਇ ਸਭ ਥਾਈ ਹੋਏ ਸਹਾਇ। ਗੁਰੂ ਪਿਆਰਿਓ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਲੜੀ ਨੂੰ ਆਪਾਂ ਸ਼ੁਰੂਆਤ ਕਰੀਏ ਸਤਿਗੁਰੂ ਸਾਹਿਬ ਜੀ ਦੇ ਜੀਵਨ ਦੀ। 10 ਗੁਰੂ ਸਾਹਿਬਾਨਾਂ ਦੇ ਵਿੱਚੋਂ ਕੇਵਲ ਇੱਕੋ ਇੱਕ ਗੁਰੂ ਸਾਹਿਬ ਹਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦਾ ਜਨਮ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਪਵਿੱਤਰ ਨਗਰੀ ਦੇ ਵਿੱਚ ਹੋਇਆ, ਸ੍ਰੀ ਅੰਮ੍ਰਿਤਸਰ ਦੇ ਵਿੱਚ ਹੋਇਆ। ਬਾਕੀ ਕਿਸੇ ਗੁਰੂ ਸਾਹਿਬ ਜੀ ਦਾ ਜਨਮ ਅੰਮ੍ਰਿਤਸਰ ਦੇ ਵਿੱਚ ਨਹੀਂ ਹੋਇਆ। ਤੇ ਸਿੱਖ ਰਵਾਇਤਾਂ ਇਹ ਕਹਿੰਦੀਆਂ ਨੇ ਕਿ ਜਿਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਜਨਮ ਹੋਇਆ, ਅੰਮ੍ਰਿਤ ਵੇਲਾ, ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਆਪਣਾ ਧਿਆਨ ਲੈ ਚੱਲੋ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸਾਧ ਸੰਗਤ ਜੀ, ਕਥਾ ਕੇਵਲ ਕਰਨੀ ਹੀ ਨਹੀਂ ਹੁੰਦੀ, ਕਥਾ ਕੇਵਲ ਸੁਣਨੀ ਹੀ ਨਹੀਂ ਹੁੰਦੀ, ਸਗੋਂ ਕਥਾ ਤੋਂ ਭਾਵ ਇਹ ਹੁੰਦਾ ਹੈ ਕਿ ਅਸੀਂ ਗੁਰੂ ਸਾਹਿਬ ਜੀ ਦੇ ਨਾਲ ਇੱਕਮਿਕ ਹੋ ਜਾਈਏ, ਸੁਰਤ ਸਾਡੀ ਗੁਰੂ ਸਾਹਿਬ ਜੀ ਦੇ ਨਾਲ ਜੁੜ ਜਾਵੇ। ਤੇ ਅਸੀਂ ਕਥਾ ਨੂੰ ਇੰਜ ਸਮਝੀਏ ਕਿ ਗੁਰੂ ਸਾਹਿਬ ਜੀ ਦੇ ਉਸ ਸਮੇਂ ਦੀ ਹੀ ਕਥਾ ਹੋ ਰਹੀ ਹੈ, ਉਸ ਕਾਲ ਦੀ ਹੀ ਕਥਾ ਹੋ ਰਹੀ ਹੈ। ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਹੈ। ਗੁਰੂ ਕੇ ਕੀਰਤਨੀਏ ਕੀਰਤਨ ਕਰ ਰਹੇ ਨੇ ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦਾ ਪ੍ਰਕਾਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਹੋ ਚੁੱਕਿਆ, ਤੇ ਬੜੀ ਹੀ ਪਿਆਰ ਵਾਲੀ ਸ਼ਖਸੀਅਤ, ਜਿਨ੍ਹਾਂ ਦਾ ਨਾਮ ਲਿਆ ਹੀ ਸ਼ਰਧਾ ਦੇ ਨਾਲ ਸਿਰ ਝੁਕ ਜਾਂਦਾ ਹੈ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਗੁਰੂ ਘਰ ਦੇ ਪ੍ਰਥਮ ਵਜ਼ੀਰ, ਏਕੋ ਸਾਹਿਬ ਏਕ ਵਜ਼ੀਰ। ਤੇ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਦੀ ਤਾਬਿਆ ਦੇ ਵਿੱਚ ਚੌਰ ਸਾਹਿਬ ਜੀ ਦੀ ਸੇਵਾ ਨਿਭਾ ਰਹੇ ਨੇ। ਗੁਰੂ ਕੇ ਕੀਰਤਨੀਏ ਰਬਾਬੀ ਕੀਰਤਨ ਕਰ ਰਹੇ ਨੇ ਤੇ ਉੱਚੇ ਲੰਮੇ ਕੱਦ ਕਾਠ ਵਾਲਾ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬੋ ਪਰਉਪਕਾਰੀ ਛੇਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਸੰਗਤ ਦੇ ਵਿੱਚ ਸਮਾਏਮਾਨ ਨੇ ਸ੍ਰੀ ਦਰਬਾਰ ਸਾਹਿਬ ਦੇ ਵਿੱਚ। ਜਦੋਂ ਕਿ ਇੱਕ ਸਿੱਖ ਨੇ ਆ ਕੇ ਖਬਰ ਦਿੱਤੀ, ਕੰਨ ਦੇ ਵਿੱਚ ਆਵਾਜ਼ ਦਿੱਤੀ, ਮਹਾਰਾਜ ਤੁਹਾਡੇ ਘਰ ਦੇ ਵਿੱਚ 5ਵੇਂ ਸਾਹਿਬਜ਼ਾਦੇ ਨੇ ਜਨਮ ਲਿਆ। ਤੇ ਜੈਸੀ ਹੀ ਆਵਾਜ਼ ਸਤਿਗੁਰੂ ਸਾਹਿਬ ਜੀ ਦੇ ਕੰਨਾਂ ਦੇ ਵਿੱਚ ਪਈ, ਕਿਉਂਕਿ ਪਹਿਲਾਂ 4 ਸਾਹਿਬਜ਼ਾਦੇ ਹਨ 6ਵੇਂ ਪਾਤਸ਼ਾਹ ਜੀ ਦੇ, ਬਾਬਾ ਗੁਰਦਿੱਤਾ ਜੀ, ਬਾਬਾ ਅਟਲ ਰਾਏ ਜੀ, ਬਾਬਾ ਅਨੀ ਰਾਏ ਜੀ ਅਤੇ ਬਾਬਾ ਸੂਰਜਮਲ ਜੀ। ਤੇ ਸਭ ਤੋਂ ਛੋਟੇ ਆਪ ਜੀ ਸਨ, ਜਿਨ੍ਹਾਂ ਦਾ ਬਚਪਨ ਦੇ ਵਿੱਚ ਨਾਮ ਬਹੁਤ ਸਾਰੇ ਇਤਿਹਾਸਕਾਰਾਂ ਨੇ ਤਿਆਗ ਮਲ ਕਰਕੇ ਲਿਖਿਆ। ਪਰ ਕਈ ਵਿਦਵਾਨ ਕਹਿੰਦੇ ਨੇ ਕਿ ਬਚਪਨ ਦੇ ਵਿੱਚ ਹੀ ਨਾਮ ਤੇਗ ਬਹਾਦਰ ਪੈ ਗਿਆ, ਪਰ ਬਹੁਤੇ ਵਿਦਵਾਨ ਇਸ ਗੱਲ ਦੇ ਨਾਲ ਸਹਿਮਤ ਨਹੀਂ। ਬਹੁਤੇ ਵਿਦਵਾਨਾਂ ਦੀ ਇਹ ਰਾਏ ਹੈ ਕਿ ਕਰਤਾਰਪੁਰ ਸਾਹਿਬ ਜੀ ਦੀ ਜੰਗ ਦੇ ਵਿੱਚ ਜਦੋਂ ਆਪ ਜੀ ਨੇ ਤਲਵਾਰ ਦੇ ਜੋਹਰ ਦਿਖਾਏ ਤੇ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਪ੍ਰਸੰਨ ਹੋ ਕੇ ਕਿਹਾ ਸੀ, ਤੇਗ ਬਹਾਦਰ, ਤੇਗ ਦਾ ਧਨੀ,
ਤੇ ਉਸ ਦਿਨ ਤੋਂ ਨਾਮ ਆਪ ਜੀ ਦਾ ਤੇਗ ਬਹਾਦਰ ਪੈ ਗਿਆ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਫਿਰ ਉੱਥੇ ਆ ਜਾਓ, ਕੀਰਤਨ ਸੁਣ ਰਹੇ ਆਸਾ ਦੀ ਵਾਰ ਦਾ। ਜਦੋਂ ਆਸਾ ਦੀ ਵਾਰ ਦਾ ਕੀਰਤਨ ਸੰਪੂਰਨ ਹੋਇਆ ਨਾ ਜੀ, ਤੇ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨਾਲ ਪਿਆਰ ਵਾਲੀਆਂ ਸ਼ਖਸੀਅਤਾਂ, ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ, ਭਾਈ ਬਿਧੀ ਚੰਦ ਜੀ, ਛੇਵੇਂ ਪਾਤਸ਼ਾਹ ਜੀ ਆਪ ਨੇ, ਹੋਰ ਪ੍ਰਮੁੱਖ ਸਿੱਖ ਨੇ, ਉਸ ਜਗ੍ਹਾ ਤੇ ਆਏ ਗੁਰੂ ਕੇ ਮਹਿਰ ਜਿੱਥੇ ਆਪ ਜੀ ਦਾ ਜਨਮ ਹੋਇਆ। ਤੇ ਇਤਿਹਾਸ ਕਹਿੰਦਾ ਹੈ ਕਿ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਦੋਂ ਆਏ ਨਾ, ਆਪ ਜੀ ਨੂੰ ਤੱਕਿਆ, ਆਪ ਜੀ ਦੇ ਦੀਦਾਰ ਕੀਤੇ, ਤੇ ਕਿੰਨਾ ਸਮਾਂ ਹੱਥ ਜੋੜ ਕੇ ਖੜੇ ਰਹੇ। ਇਸ ਤਰ੍ਹਾਂ ਹੱਥ ਜੋੜੇ ਤੇ ਸਿੱਖ ਬੜੇ ਪ੍ਰਭਾਵਿਤ ਹੋਏ ਮਹਾਰਾਜ ਵੀ ਇਹ ਕਿਹੜੀ ਮਹਾਨ ਸ਼ਖਸੀਅਤ ਹੈ ਜਿਹੜੀ ਅੱਜ ਤੁਹਾਡੇ ਗ੍ਰਹਿ ਵਿਖੇ ਪ੍ਰਗਟ ਹੋਈ ਹੈ, ਜਿਹਦੇ ਅੱਗੇ ਤੁਸੀਂ ਵੀ ਹੱਥ ਜੋੜ ਕੇ ਖੜ ਗਏ ਹੋ, ਖਲੋ ਗਏ ਹੋ। ਸਤਿਗੁਰੂ ਰਾਜ ਕੀ ਕਾਰਨ ਕੀ? ਤਾਂ ਕਹਿੰਦੇ ਨੇ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੇ ਇਹ ਮਹਾਨ ਪਾਵਨ ਪਵਿੱਤਰ ਬਚਨ ਕਹੇ, ਕਹਿਣ ਲੱਗੇ ਜਿਹੜਾ ਸਾਹਿਬਜ਼ਾਦਾ ਅੱਜ ਸਾਡੇ ਗ੍ਰਹਿ ਵਿਖੇ ਪ੍ਰਗਟ ਹੋਇਆ ਨਾ, ਇਹ ਐਸਾ ਮਹਾਨ ਕਰਮ ਕਰੇਗਾ ਕਿ ਇਹਦੇ ਵਰਗਾ ਮਹਾਨ ਕਰਮ, ਇਹਦੇ ਵਰਗੀ ਮਹਾਨ ਕਿਰਿਆ ਸੰਸਾਰ ਵਿੱਚ ਅੱਜ ਤੱਕ ਨਾ ਕਿਸੇ ਨੇ ਕੀਤੀ ਹੈ ਤੇ ਨਾ ਅੱਗੂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਕਰ ਸਕੇਗਾ। ਤੇਗ ਬਹਾਦਰ ਸੀ ਕਿਰਿਆ, ਕਰੀ ਨਾ ਕਿਨਹੂ ਆਨ। ਸੱਚ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਵਰਗਾ ਇਹ ਮਹਾਨ ਕਰਮ, ਮਹਾਨ ਪਰਉਪਕਾਰ ਅੱਜ ਤੱਕ ਐਸੀ ਕੋਈ ਉਦਾਹਰਨ ਸੰਸਾਰ ਦੇ ਵਿੱਚ ਨਹੀਂ ਮਿਲਦੀ। ਆਪ ਤਿਲਕ ਨਹੀਂ ਸਨ ਲਗਾਉਂਦੇ, ਆਪ ਜੰਝੂ ਨਹੀਂ ਸਨ ਪਹਿਨਦੇ। ਆਪ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਲਿਖੇ ਨੇ, ਤਿਲਕ ਜੰਝੂ ਰਾਖਾ ਪ੍ਰਭ ਤਾਂਕਾ, ਕੀਨੋ ਬੜੋ ਕਲੂ ਮੈਂ ਸਾਕਾ। ਉਹਨਾਂ ਦਾ ਰਾਖਾ, ਤਿਲਕ ਤੇ ਜੰਝੂ ਦੇ ਰਾਖੇ ਬਣੇ ਉਹ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਛੇਵੇਂ ਪਾਤਸ਼ਾਹ ਜੀ ਕਹਿਣ ਲੱਗੇ ਇਸ ਵਰਗਾ ਮਹਾਨ ਕਰਮ ਸੰਸਾਰ ਦੇ ਵਿੱਚ ਕੋਈ ਨਹੀਂ ਕਰ ਸਕੇਗਾ। ਤੇ ਬਾਬਾ ਬੁੱਢਾ ਸਾਹਿਬ ਜੀ ਅੱਗੇ ਵਧੇ, ਤੇ ਬਾਬਾ ਬੁੱਢਾ ਸਾਹਿਬ ਜੀ ਨੇ ਨਾ ਜੀ ਐ ਦੋਨਾਂ ਹੱਥਾਂ ਦੇ ਨਾਲ, ਥੋੜੀ ਜਿਹੀ ਭਾਵਨਾ ਦੇ ਵਿੱਚ ਆਓ, ਬਾਬਾ ਬੁੱਢਾ ਸਾਹਿਬ ਜੀ ਦਾ ਧਿਆਨ ਧਰੋ। ਬਾਬਾ ਬੁੱਢਾ ਸਾਹਿਬ ਜੀ ਨੇ ਐ ਦੋਨਾਂ ਹੱਥਾਂ ਦੇ ਵਿੱਚ ਆਪ ਜੀ ਨੂੰ ਲਿਆ, ਚੁੱਕਿਆ, ਤੇ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਸਤਿਗੁਰੂ ਇਹ ਮਹਾਨ ਭਗਤ ਵੀ ਹੋਵੇਗਾ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਪ੍ਰਥਾਏ ਪਹਿਲਾਂ ਹੀ, ਅਜੇ ਜਨਮ ਹੋਇਆ ਨੂੰ ਕੁਝ ਕੁ ਘੰਟੇ ਹੋਏ ਨੇ, ਬਚਨ ਉਸ ਵੇਲੇ ਹੀ ਹੋ ਗਏ। ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਮਹਾਨ ਭਗਤ ਵੀ ਹੋਵੇਗਾ। ਕਿੱਡੀ ਵੱਡੀ ਭਗਤੀ ਹੈ ਜੀ। 26 ਸਾਲ 9 ਮਹੀਨੇ ਤੇ 13 ਦਿਨ ਬਾਬੇ ਬਕਾਲੇ ਦੀ ਧਰਤੀ ਤੇ, ਜਿੱਥੇ ਅੱਜ ਭੋਰਾ ਸਾਹਿਬ ਉਹਦੇ ਵਿੱਚ ਬੈਠ ਕੇ ਪ੍ਰਮਾਤਮਾ ਦੇ ਗੁਣ ਗਾਏ। ਪੌਣੇ 27 ਸਾਲ ਦਾ ਸਮਾਂ ਬਣਦਾ ਜੀਵਨ ਦਾ। ਅਸੀਂ ਇੱਕ ਸੁਖਮਨੀ ਸਾਹਿਬ ਪੜ੍ਹਨਾ ਹੋਵੇ ਨਾ ਜੀ, ਕਦੀ ਕਿਸੇ ਪਾਸੇ ਨੂੰ ਪਾਸਾ ਮਾਰਦੇ ਹਾਂ, ਕਦੀ ਕਿਸੇ ਪਾਸੇ ਨੂੰ ਪਾਸਾ ਮਾਰਦੇ ਹਾਂ, ਟਿਕ ਕੇ ਬੈਠ ਨਹੀਂ ਸਕਦੇ। ਨਿਤਨੇਮ ਕਰਨਾ ਹੋਵੇ, ਟਿਕ ਕੇ ਨਿਤਨੇਮ ਨਹੀਂ ਹੁੰਦਾ। ਪੌਣੇ 27 ਸਾਲ ਦਾ ਸਮਾਂ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕਰ ਦਿੱਤੇ ਸਤਿਗੁਰੂ ਮਹਾਨ ਭਗਤ ਵੀ ਹੋਵੇਗਾ। ਤੇ ਉਸ ਵੇਲੇ ਭਾਈ ਗੁਰਦਾਸ ਜੀ ਅੱਗੇ ਵਧੇ, ਤੇ ਭਾਈ ਗੁਰਦਾਸ ਜੀ ਕਹਿਣ ਲੱਗੇ ਸਤਿਗੁਰੂ ਮਹਾਨ ਵਿਦਵਾਨ ਵੀ ਹੋਵੇਗਾ। ਤੇ ਮੇਰੇ ਉਸਤਾਦ ਜੀ ਗਿਆਨੀ ਗੁਰਨਾਮ ਸਿੰਘ ਜੀ ਬਚਨ ਸੁਣਾਉਂਦੇ ਸਨ, ਕਹਿੰਦੇ ਸਨ ਕਿ ਬਿਧੀ ਚੰਦ ਜੀ ਅੱਗੇ ਵਧੇ, ਭਾਈ ਬਿਧੀ ਚੰਦ ਜੀ, ਤੇ ਭਾਈ ਬਿਧੀ ਚੰਦ ਜੀ ਕਹਿਣ ਲੱਗੇ ਇਹ ਮਹਾਨ ਯੋਧਾ ਵੀ ਹੋਵੇਗਾ, ਮਹਾਨ ਸੂਰਮਾ ਵੀ ਹੋਵੇਗਾ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਡਿਊਟੀ ਜਦੋਂ ਕਰਤਾਰਪੁਰ ਦੀ ਜੰਗ ਛੇਵੇਂ ਪਾਤਸ਼ਾਹ ਜੀ ਨੇ ਜਿੱਤੀ ਹੈ ਨਾ ਜੀ, ਤੇ ਕਹਿੰਦੇ ਨੇ ਕਰਤਾਰਪੁਰ ਦੀ ਜੰਗ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਇਹ ਡਿਊਟੀ ਲੱਗੀ ਸੀ
ਬੱਚਿਆਂ ਦੀ ਤੇ ਬਜ਼ੁਰਗਾਂ ਦੀ ਦੇਖਭਾਲ ਤੁਸੀਂ ਕਰਨੀ ਹੈ, ਬੱਚਿਆਂ ਦੀ ਤੇ ਬਜ਼ੁਰਗਾਂ ਦੀ। ਤੇ ਆਪ ਜੀ ਨੇ ਤੇਗ ਦੇ ਉਹ ਜੋਹਰ ਦਿਖਾਏ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ। ਭਾਵੇਂ ਅਜੇ ਤੱਕ ਗੁਰੂ ਨਹੀਂ ਬਣੇ, ਪਰ ਅਸੀਂ ਨਾਮ ਗੁਰੂ ਹੀ ਕਵਾਂਗੇ, ਕਿਉਂਕਿ ਸਾਧ ਸੰਗਤ ਜੀ ਸਾਡਾ ਹੌਸਲਾ ਹੀ ਨਹੀਂ ਪੈਂਦਾ ਕਿ ਗੁਰੂ ਸਾਹਿਬ ਜੀ ਨੂੰ ਤਿਆਗ ਮਲ ਕਹੀਏ। ਇੱਡੀ ਵੱਡੇ ਸਾਧ ਸੰਗਤ ਜੀ ਗੁਰੂ ਨੂੰ ਸਤਿਗੁਰ ਵੱਡਾ ਕਰ ਸਲਾਈਆ, ਜਿਸ ਵਿੱਚ ਵੱਡੀਆਂ ਵਡਿਆਈਆਂ। ਤੇ ਆਪ ਜੀ ਨੇ ਤੇਗ ਦੇ ਉਹ ਜੋਰ ਦਿਖਾਏ ਕਿ ਛੇਵੇਂ ਪਾਤਸ਼ਾਹ ਜੀ ਨੇ ਪ੍ਰਸੰਨ ਹੋ ਕੇ ਕਹਿ ਦਿੱਤਾ, ਤੇਗ ਬਹਾਦਰ ਲਕਬ ਦਿੱਤਾ। ਤੇ ਆਪ ਜੀ ਤੇਗ ਬਹਾਦਰ ਦੇ ਨਾਮ ਦੇ ਨਾਲ ਪ੍ਰਸਿੱਧ ਹੋਏ ਸੰਸਾਰ ਦੇ ਅੰਦਰ। ਸਤਿ ਸ੍ਰੀ ਅਕਾਲ। ਤੇ ਸਾਧ ਸੰਗਤ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਇਤਿਹਾਸ ਬਹੁਤ ਲੰਬੇਰਾ ਇਤਿਹਾਸ ਹੈ। ਕਈ ਦਿਨ ਨਹੀਂ, ਕਈ ਮਹੀਨੇ ਲੱਗ ਜਾਂਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਇਤਿਹਾਸ ਨੂੰ ਵਾਚਣ ਦੇ ਵਾਸਤੇ, ਦਰਸਾਉਣ ਦੇ ਵਾਸਤੇ। ਪਰ ਮੈਂ ਟੂਕ ਮਾਤਰ ਜੋ ਆਪ ਜੀ ਦੇ ਨਾਲ ਬਚਨ ਕੀਤਾ ਸੀ ਅਕਾਲ ਚੈਨਲ ਦੀ ਸਵੇਰ ਦੀ ਕਥਾ ਦੇ ਵਿੱਚ, ਕਿ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਿੱਲੀ ਦੇ ਵਿੱਚ ਜੋਤੀ ਜੋਤ ਸਮਾਨ ਲੱਗੇ ਨੇ ਜਮਨਾ ਦੇ ਕਿਨਾਰੇ, ਤੇ ਜਦੋਂ ਸਿੱਖਾਂ ਨੇ ਫਿਰ ਪੁੱਛਿਆ, ਮਹਾਰਾਜ ਜੀ ਆਉਣ ਵਾਲਾ ਗੁਰੂ ਕਿਹੜਾ ਹੈ, ਕਿਸ ਗੁਰੂ ਦੇ ਲੜ ਲਾ ਕੇ ਚੱਲਿਓ, ਕਿਸ ਗੁਰੂ ਦਾ ਅਸੀਂ ਪੱਲਾ ਪਕੜਨਾ ਹੈ। ਤੇ ਸਿੱਖ ਵਿਦਵਾਨ ਇਹ ਕਹਿੰਦੇ ਨੇ ਕਿ ਮਹਾਰਾਜ ਦੇ ਕੋਲੋਂ ਚੇਚਕ ਦੀ ਬਿਮਾਰੀ ਇੰਨੀ ਸੀ, ਜ਼ੋਰ ਇੰਨਾ ਸੀ, ਘੂਕੀ ਇੰਨੀ ਸੀ ਕਿ ਮਹਾਰਾਜ ਦੇ ਕੋਲੋਂ ਮੰਜੇ ਤੋਂ ਉੱਠਿਆ ਨਹੀਂ ਗਿਆ। ਇਹ ਮਹਾਨ ਵਿਦਵਾਨ ਗਿਆਨੀ ਪਿੰਦਰਪਾਲ ਸਿੰਘ ਜੀ, ਹੋਰ ਮਹਾਨ ਵਿਦਵਾਨਾਂ ਨੇ ਇਹ ਸਾਰੀ ਖੋਜ ਕੀਤੀ ਇਤਿਹਾਸ ਦੀ। ਤੇ ਮਹਾਰਾਜ ਨੇ ਲੰਮੇ ਪਏ ਨਾ ਜੀ ਗੁਰਗੱਦੀ ਦਾ ਸਮਾਨ ਮੰਗਵਾਇਆ, ਨਾਰੀਅਲ ਤੇ 5 ਪੈਸੇ ਮੰਗਵਾਏ, ਤੇ ਸੱਜੇ ਹੱਥ ਦੇ ਨਾਲ 3 ਪਰਿਕਰਮਾ ਕਰਕੇ ਤੇ ਇਹ ਬਚਨ ਕੇ ਬਾਬਾ ਵਸੇ ਗ੍ਰਾਮ ਬਕਾਲੇ, ਬਾਬਾ ਵਸੇ ਗ੍ਰਾਮ ਬਕਾਲੇ। ਤੇ ਇਹਨਾਂ ਬਚਨਾਂ ਦੇ ਨਾਲ ਗੁਰਗੱਦੀ ਦੇ ਦਿੱਤੀ। ਤੇ ਇਹ ਜਿਹੜੀ ਗੁਰਗੱਦੀ ਦੀ ਸਮੱਗਰੀ ਹੈ ਨਾ ਜੀ, ਇਹ ਜਿਹੜੀ ਸੀ ਇਹ ਭਾਈ ਦਰਗਾਹ ਮਲ ਦਾ ਨਾਮ ਆਇਆ ਕਿ ਉਹਨਾਂ ਨੂੰ ਦਿੱਤੀ ਸੀ। ਉਹ ਸਿੱਖ ਉਸ ਵੇਲੇ ਹਾਜ਼ਰ ਸੀ ਕੋਲ ਮਹਾਰਾਜ ਦੇ, ਜਿਨ੍ਹਾਂ ਨੂੰ ਗੁਰਗੱਦੀ ਦੀ ਇਹ ਸਮੱਗਰੀ ਦਿੱਤੀ। ਤੇ ਹੁਣ ਜਦੋਂ ਗੁਰੂ ਸਾਹਿਬ ਜੀ ਨੇ ਬਚਨ ਕੇ, ਮੈਂ ਥੋੜਾ ਜਿਹਾ ਧਿਆਨ ਆਪ ਜੀ ਦਾ ਇੱਥੇ ਦਿਵਾਉਣਾ ਚਾਹਨਾ। ਮਹਾਰਾਜ ਨੇ ਬਚਨ ਜਿਹੜਾ ਸੀ ਨਾ, ਉਹ ਬਾਬਾ ਬਕਾਲਾ ਨਹੀਂ ਕਿਹਾ, ਮਹਾਰਾਜ ਨੇ ਕਿਹਾ ਬਾਬਾ ਵਸੇ, ਬਾਬਾ ਵਸੇ ਗ੍ਰਾਮ ਬਕਾਲੇ। ਉਦੋਂ ਬਕਾਲੇ ਦਾ ਨਾਮ ਬਕਾਲਾ ਸਾਹਿਬ ਨਹੀਂ ਸੀ, ਉਦੋਂ ਬਕਾਲੇ ਦਾ ਨਾਮ ਬਾਬਾ ਬਕਾਲਾ ਨਹੀਂ ਸੀ, ਪਹਿਲਾ ਨਾਮ ਕੱਲਾ ਸੀ। ਸਭ ਤੋਂ ਪਹਿਲਾਂ ਇਸ ਦਾ ਨਾਮ ਸੀ ਬੱਕਰੀਆਂ ਵਾਲਾ। ਇੱਥੇ ਬੱਕਰੀਆਂ ਚਾਰਦੇ ਸਨ, ਇੱਕ ਛੋਟਾ ਜਿਹਾ ਛੱਪੜ ਹੁੰਦਾ ਸੀ, ਬੱਕਰੀਆਂ ਚਾਰਦੇ ਸਨ, ਤੇ ਇਸ ਦਾ ਪਹਿਲਾ ਨਾਮ ਸੀ ਬੱਕਰੀਆਂ ਵਾਲਾ। ਫਿਰ ਉਹ ਛੱਪੜੀ ਦੇ ਕੋਲ ਬਗਲੇ ਹੁੰਦੇ ਸਨ, ਨਾਮ ਪੈ ਗਿਆ ਬਕਵਾਲਾ, ਤੇ ਬਕਵਾਲੇ ਤੋਂ ਆਸਤਾ ਆਸਤਾ ਨਾਮ ਪਿਆ ਬਕਾਲਾ। ਤੇ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੇ ਬਚਨ ਕੇ ਨਾ, ਉਦੋਂ ਨਾਮ ਬਕਾਲਾ ਹੀ ਸੀ, ਨਾ ਬਾਬਾ ਸ਼ਬਦ ਸੀ ਤੇ ਨਾ ਸਾਹਿਬ ਸ਼ਬਦ ਸੀ। ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਬਚਨ ਕਰਦੇ ਨੇ, ਬਾਬਾ ਵਸੇ ਗ੍ਰਾਮ ਬਕਾਲਾ। ਬਾਬਾ ਰਿਸ਼ਤੇਦਾਰੀ ਵਿੱਚ ਬਾਬਾ ਜੀ ਲੱਗਦੇ ਨੇ, ਕਿਉਂਕਿ ਜਿਹੜਾ ਪਿਓ ਦਾ ਭਰਾ ਹੁੰਦਾ ਹੈ ਉਹਦੇ ਨਾਲ ਰਿਸ਼ਤੇਦਾਰੀ ਭਰਾਵਾਂ ਵਾਲੀ, ਚਾਚੇ ਤਾਇਆਂ ਵਾਲੀ, ਤੇ ਰਿਸ਼ਤੇਦਾਰੀ ਵਜੋਂ ਬਾਬਾ ਨੇ। ਤੇ ਇਸ਼ਾਰਾ ਕਰ ਦਿੱਤਾ, ਬਾਬਾ ਵਸੇ ਗ੍ਰਾਮ ਬਕਾਲੇ ਬਨ ਗੁਰ ਸੰਗਤ ਲੈ ਸੰਭਾਲੇ। ਤੇ ਜਦੋਂ ਇਹ ਬਚਨ ਕੇ ਧੀਰਮਲ ਜਿਹੜਾ ਸੀ, ਧੀਰਮਲ ਕੋਲ ਗੁਰੂ ਗ੍ਰੰਥ ਸਾਹਿਬ ਸੀ ਉਸ ਵੇਲੇ ਕਰਤਾਰਪੁਰ ਦੇ ਵਿੱਚ, ਜਿਹੜੇ ਰਾਮ ਰਾਈਏ ਸਨ, ਚਤਰ ਮਸੰਦ ਸਨ, ਉਹਨਾਂ ਨੇ ਇਸ ਸ਼ਬਦ ਦਾ ਨਜਾਇਜ਼ ਫਾਇਦਾ ਉਠਾ ਕੇ 22 ਮੰਜੀਆਂ ਲਗਾ ਲੀਆਂ ਬਾਬੇ ਬਕਾਲੇ ਦੇ ਵਿੱਚ। ਬਕਾਲੇ ਆ ਗਏ। ਹੁਣ ਮੰਜੀਆਂ ਸ਼ਬਦ ਕਈਆਂ ਨੂੰ ਸਮਝ ਨਹੀਂ ਆਉਂਦੀ, ਪ੍ਰਚਾਰਕ ਤੇ ਸਮਝ ਲੈਂਦੇ ਨੇ, ਗਿਆਨੀ ਤੇ ਸਮਝ ਲੈਂਦੇ ਵੀ ਮੰਜੀਆਂ ਕਿਹਨੂੰ ਕਹਿੰਦੇ ਨੇ। ਮੰਜੀਆਂ ਇਹ ਨਹੀਂ ਵੀ ਜਿਹੜੀਆਂ ਆਮ ਘਰਾਂ ਵਿੱਚ ਮੰਜੀਆਂ ਡਾਹਣ ਵਾਲੀਆਂ ਹੁੰਦੀਆਂ ਸਨ, ਜਿਨ੍ਹਾਂ 'ਤੇ ਅਸੀਂ ਮੰਜੀਆਂ 'ਤੇ ਸੌਂਦੇ ਸਾਂ, ਉਹ ਨਹੀਂ, ਪਲੰਗ ਨਹੀਂ, ਗੱਦੀਆਂ ਲਗਾ ਕੇ ਬੈਠ ਜਾਣਾ, ਤਖਤ ਲਗਾ ਕੇ ਬੈਠ ਜਾਣਾ, ਉਹਨੂੰ ਮੰਜੀਆਂ ਕਹਿੰਦੇ।
ਤੇ ਇਹ 22 ਦੇ 22 ਆਪਣੇ ਆਪ ਨੂੰ ਕਹਿ ਲਗੇ ਮੈਂ ਪੂਰਾ ਗੁਰੂ ਹਾਂ, ਮੈਂ ਗੁਰੂ ਹਾਂ, ਮੈਂ ਸੱਚਾ ਗੁਰੂ ਹਾਂ, ਮੇਰੇ 'ਚ ਗੁਰੂ ਨਾਨਕ ਦੀ ਜੋਤ ਹੈ, ਮੇਰੇ 'ਚ ਗੁਰੂ ਨਾਨਕ ਦੀ ਜੋਤ ਹੈ। ਸਿੱਖ ਜਗਤ ਦੇ ਵਿੱਚ 9ਵੇਂ ਪਾਤਸ਼ਾਹ ਜੀ ਦੇ ਸਮੇਂ ਤੱਕ, ਪਹਿਲੀਆਂ 8 ਪਾਤਸ਼ਾਹੀਆਂ ਦਾ ਸਮਾਂ ਲੰਘ ਗਿਆ ਨਾ, ਇਹ ਪਹਿਲਾ ਸਮਾਂ ਸੀ ਕਿ ਸਿੱਖ ਜਗਤ ਸੰਗਤਾਂ ਵਾਸਤੇ ਇਹ ਔਖਾ ਹੋ ਗਿਆ ਲੱਭਣਾ ਕਿ ਗੁਰੂ ਕਿਹੜਾ ਹੈ, ਗੁਰੂ ਦੀ ਜੋਤ ਕਿਸ ਦੇ ਵਿੱਚ ਹੈ। ਬੜਾ ਇਹ ਔਖਾ ਸਮਾਂ ਸੀ, ਬੜਾ ਪ੍ਰੀਖਿਆ ਦਾ ਸਮਾਂ ਸੀ ਕਿ ਕਿਸ ਗੁਰੂ ਦੇ ਲੜ ਲਾ ਕੇ ਗਏ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਕਿਸ ਗੁਰੂ ਦਾ ਪੱਲਾ ਪਕੜਨਾ ਹੈ। ਪਹਿਲੀਆਂ 8 ਪਾਤਸ਼ਾਹੀਆਂ ਦੇ ਸਮੇਂ ਐਸਾ ਨਹੀਂ ਹੋਇਆ, ਕਿਉਂਕਿ ਪਹਿਲਾਂ ਆਪਾਂ ਦੇਖਦੇ ਹਾਂ ਕਿ ਜਦੋਂ ਗੁਰੂ ਸਾਹਿਬ ਜੀ ਗੁਰਗੱਦੀ ਦਿੰਦੇ ਨੇ ਆਉਣ ਵਾਲੇ ਗੁਰੂ ਨੂੰ, ਪਹਿਲਾ ਗੁਰੂ ਵੀ ਮੌਜੂਦ ਹੁੰਦਾ ਅਤੇ ਗੁਰਗੱਦੀ ਲੈਣ ਵਾਲਾ ਵੀ ਮੌਜੂਦ ਹੁੰਦਾ। ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਗੁਰਗੱਦੀ ਦਿੱਤੀ ਨਾ ਜੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ, ਦੋਨੇ ਗੁਰੂ ਸਾਹਮਣੇ ਨੇ, ਗੁਰੂ ਨਾਨਕ ਸਾਹਿਬ ਜੀ ਵੀ ਨੇ ਅਤੇ ਗੁਰੂ ਅੰਗਦ ਦੇਵ ਜੀ ਨੇ। ਇਸੇ ਤਰ੍ਹਾਂ ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਹਰਗੋਬਿੰਦ ਸਾਹਿਬ ਜੀ, ਗੁਰੂ ਹਰਰਾਏ ਸਾਹਿਬ ਜੀ, ਗੁਰੂ ਹਰਕ੍ਰਿਸ਼ਨ ਸਾਹਿਬ ਜੀ। ਪਰ ਪਹਿਲੀ ਵਾਰੀ ਐਸਾ ਹੋਇਆ ਕਿ ਗੁਰਗੱਦੀ ਦੇ ਸਮੇਂ ਪਹਿਲਾ ਗੁਰੂ ਮੌਜੂਦ ਨਹੀਂ ਕੋਲ, ਕੇਵਲ ਬਚਨਾਂ ਰਾਹੀਂ ਗੁਰਗੱਦੀ ਹੋ ਗਈ। ਬਚਨਾਂ ਰਾਹੀਂ ਗੁਰਗੱਦੀ ਦੀ ਦੇ ਦਿੱਤੀ, ਬਖਸ਼ਿਸ਼ ਕਰ ਦਿੱਤੀ ਕਿ ਬਾਬਾ ਵਸੇ ਗ੍ਰਾਮ ਬਕਾਲੇ। ਹੁਣ ਹੋਇਆ ਕਿ ਸਾਰੇ ਆਪਣੇ ਆਪ ਨੂੰ ਗੁਰੂ ਅਖਵਾਉਣ ਲੱਗੇ, ਪਰ 2 ਗੁਰਸਿੱਖਾਂ ਦਾ ਨਾਮ ਵਿਸ਼ੇਸ਼ ਤੌਰ 'ਤੇ ਨਾ ਜੀ ਸਿੱਖ ਜਗਤ ਦੇ ਵਿੱਚ ਬੜਾ ਹੀ ਮਹੱਤਵ ਵਾਲੇ ਹਨ, ਬੜੀ ਮਹਾਨ ਸੇਵਾ ਇਹਨਾਂ ਦੀ। ਮੈਂ ਫਿਰ ਅਰਜ਼ ਕਰ ਦੇਵਾਂ, ਕਿਉਂਕਿ ਲਾਈਵ ਜਾ ਰਿਹਾ, ਸਿੱਖ ਸਾਰੇ ਹੀ ਮਹਾਨ ਨੇ। ਸਿੱਖ ਜਿਨ੍ਹਾਂ ਨੇ ਵੀ ਸੇਵਾ ਕੀਤੀ ਹੈ ਨਾ ਜੀ, ਕੋਈ ਵੱਡਾ ਛੋਟਾ ਨਹੀਂ, ਥੋੜ੍ਹੀ ਜਿੰਨੀ ਸੇਵਾ ਵੀ ਬੜੀ ਮਹਾਨ ਸੇਵਾ ਹੋਊਗੀ। ਪਰ ਜਿਹੜੇ ਆ 2 ਗੁਰਸਿੱਖ ਨੇ ਨਾ ਜੀ, ਇਹਨਾਂ ਨੇ ਵਿਲੱਖਣ ਕੰਮ ਕੀਤਾ। 2 ਗੁਰਸਿੱਖ ਕਿਹੜੇ ਨੇ? ਇੱਕ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਤੇ ਇੱਕ ਧੰਨ ਧੰਨ ਬਾਬਾ ਮੱਖਣ ਸ਼ਾਹ ਲਵਾਣਾ ਜੀ। ਦੇਖੋ ਇਹਨਾਂ ਨੇ ਗੁਰੂ ਨੂੰ ਲੱਭਿਆ। ਕਦੀ ਕਦੀ ਗੁਰੂ ਨੂੰ ਵੀ ਲੱਭਣਾ ਪੈਂਦਾ, ਗੁਰੂ ਵੀ ਕਈ ਵਾਰੀ ਨਾ ਛੱਪ ਕੇ ਬੈਠ ਜਾਂਦਾ, ਗੁਪਤ ਹੋ ਜਾਂਦਾ, ਗੁਰੂ ਨੂੰ ਵੀ ਪ੍ਰਗਟ ਕਰਨਾ ਪੈਂਦਾ। ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਇਹ ਵਰ ਦਿੱਤਾ ਸੀ ਗੁਰੂ ਨਾਨਕ ਸਾਹਿਬ ਜੀ ਨੇ, ਬੁੱਢਿਆ ਤੇਰੇ ਤੂੰ ਓਲੇ ਕਦੇ ਨਾ ਹੋਸਾਂ, ਇਹ ਵਰ ਦਿੱਤਾ ਸੀ ਤੇ ਬੁੱਢਿਆ ਤੈਨੂੰ ਪਤਾ ਹੋਵੇਗਾ ਗੁਰੂ ਨਾਨਕ ਦੀ ਜੋਤ ਕਿੱਥੇ ਹੈ। ਤੇ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਸਰੀਰ ਦੇ ਹੁੰਦਿਆਂ 2 ਵਾਰੀ, ਇੱਕ ਵਾਰੀ ਗੁਰੂ ਅੰਗਦ ਦੇਵ ਜੀ ਨੂੰ ਜਦੋਂ ਮਾਤਾ ਭਰਾਈ ਦੇ ਘਰ ਜਾ ਕੇ ਛਿਪ ਕੇ ਬੈਠ ਗਏ ਉਦੋਂ ਪ੍ਰਗਟ ਕੀਤਾ, ਤੇ ਇੱਕ ਵਾਰੀ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਜਦੋਂ ਗੁਰੂ ਅਮਰਦਾਸ ਜੀ ਮਹਾਰਾਜ ਸੰਨ ਸਾਹਿਬ ਆ ਕੇ ਤੇ ਬਾਹਰੋਂ ਦਰਵਾਜ਼ਾ ਬੰਦ ਕਰ ਲਿਆ, ਬਾਹਰ ਤਖਤੀ ਲਿਖ ਕੇ ਲਾਤੀ ਪਏ ਇਸ ਦਰਵਾਜ਼ੇ ਨੂੰ ਕੋਈ ਨਾ ਖੋਲ੍ਹੇ। ਬਾਬਾ ਬੁੱਢਾ ਸਾਹਿਬ ਜੀ ਨੇ 2 ਵਾਰੀ ਗੁਰੂ ਨੂੰ ਲੱਭਣ ਦੀ, ਗੁਰੂ ਨੂੰ ਪ੍ਰਗਟ ਕਰਨ ਦੀ ਸੇਵਾ ਨਿਭਾਈ। ਤੇ ਇਤਿਹਾਸ ਵਿੱਚ ਇਹ ਬਚਨ ਨੇ, ਧੰਨ ਬਾਬਾ ਬੁੱਢਾ ਜਿਨ ਗੁਰੂ ਲੱਦਾ। ਗੁਰਬਾਣੀ ਦੇ ਬਚਨ ਨੇ, ਗੁਰ ਮਿਲ ਲੱਦਾ ਜੀ ਮਹਿ ਰਾਮ ਪਿਆਰਾ ਰਾਮ, ਗੁਰ ਮਿਲ ਲੱਦਾ ਜੀ ਮੈਂ ਰਾਮ ਪਿਆਰਾ ਰਾਮ। ਗੁਰੂ ਨੂੰ ਲੱਭਿਆ ਜੀ। ਸਾਧ ਸੰਗਤ ਜੀ, ਗੁਰੂ ਤੋਂ ਸਿੱਖ ਦਾ ਪਤਾ ਲੱਗਦਾ ਹੈ ਕਿ ਇਹ ਗੁਰੂ ਨਾਨਕ ਦਾ ਸਿੱਖ ਹੈ, ਪਰ ਮਾਫ ਕਰਨਾ ਕਦੀ ਕਦੀ ਸਿੱਖ ਤੋਂ ਗੁਰੂ ਦਾ ਪਤਾ ਲੱਗਦਾ, ਕਿ ਸਿੱਖ ਤੋਂ ਗੁਰੂ ਦਾ ਪਤਾ ਲੱਗ ਰਿਹਾ। ਤੇ ਬਾਬਾ ਬੁੱਢਾ ਸਾਹਿਬ ਜੀ ਨੇ 2 ਵਾਰੀ ਇਹ ਸੇਵਾ ਨਿਭਾਈ। ਤੇ ਹੁਣ ਆ ਜਾਓ ਜੀ ਬਾਬੇ ਬਕਾਲੇ ਦੇ ਵਿੱਚ। ਬਾਬੇ ਬਕਾਲੇ ਦੇ ਵਿੱਚ ਮੈਂ ਬੇਨਤੀ ਕਰਾਂ, ਕਈ ਸੱਜਣ ਪੁੱਛਦੇ ਨੇ ਕਿ ਅੱਜ ਦਾ ਦਿਨ ਕੀ ਹੈ ਜੀ, ਅੱਜ ਦੇ ਦਿਨ ਦੀ ਕੀ ਮਹੱਤਤਾ ਹੈ। ਜਦੋਂ ਅਸੀਂ ਛੋਟੇ ਸਾਂ, ਸਾਡੇ ਬਜ਼ੁਰਗ ਹਰ ਸਾਲ ਬਾਬਾ ਬਕਾਲੇ ਵਿਖੇ ਜਾਇਆ ਕਰਦੇ ਸਨ, ਸਾਨੂੰ ਨਾਲ ਲੈ ਕੇ ਜਾਣਾ। ਤੇ ਸ਼ਬਦ ਪਤਾ ਉਹ ਕੀ ਵਰਤਦੇ ਸਨ? ਆ ਮੈਨੂੰ ਕਹਿਣ ਦੇਣਾ ਕਰਮੋਨਾ ਸਾਹਿਬ ਜੀ, ਜਿਹੜਾ ਸ਼ਬਦ ਸਾਡੇ ਬਜ਼ੁਰਗ ਵਰਤਦੇ ਸਨ ਨਾ ਜੀ, ਮੇਲਾ ਰੱਖੜ ਪੁੰਨਿਆਂ ਦਾ ਸ਼ਬਦ ਵਰਤਦੇ ਸਨ। ਮੇਲਾ ਰੱਖੜ ਪੁੰਨਿਆਂ ਦਾ, ਰੱਖੜ ਪੁੰਨਿਆਂ ਦਾ ਇਸ ਦੇ ਨਾਲ ਦੂਰ ਦਾ ਵੀ ਸੰਬੰਧ ਨਹੀਂ। ਜਾਂ ਸ਼ਬਦ ਵਰਤਦੇ ਸਨ ਮੇਲਾ ਬਾਬੇ ਬਕਾਲਾ। ਮੇਲਾ ਤੋਂ ਭਾਵ ਹੈ ਮਿਲਾਪ। ਤੇ ਇਤਿਹਾਸ ਦਾ ਆ ਥੋੜ੍ਹਾ ਸਮਾਂ ਹੋਇਆ ਹੈ ਕਿ ਸਿੱਖ ਜਗਤ ਨੂੰ ਜਦੋਂ ਜਾਗਰਤੀ ਆਈ ਹੈ, ਅੱਜ ਦੇ ਦਿਨ ਦਾ ਇਤਿਹਾਸ ਪਤਾ ਲੱਗਾ ਕਿ ਅੱਜ ਦੇ ਦਿਨ ਕੀ ਹੋਇਆ ਸੀ, ਕਿਹੜੀ ਘਟਨਾ ਘਟੀ ਸੀ। ਹੁਣ ਬਾਬੇ ਬਕਾਲੇ ਦੇ ਵਿੱਚ 22 ਮੰਜੀਆਂ ਲਗਾ ਕੇ ਬੈਠੇ ਨਾ ਜੀ,
ਤੇ ਇਹ ਜਿਹੜਾ ਗੁਰੂ ਦਾ ਪਿਆਰ ਵਾਲਾ ਸਿੱਖ ਬਾਬਾ ਮੱਖਣ ਸ਼ਾਹ ਲੁਬਾਣਾ, ਇਹ 'ਤੇ ਮੈਂ ਹੁਣ ਤੁਹਾਡੇ ਥੋੜ੍ਹੇ 2 ਮਿੰਟ ਲੈਣੇ ਨੇ। ਇੱਕ ਤੇ ਬਾਬਾ ਸ਼ਬਦ, ਬੜੀ ਸ਼ਰਧਾ ਵਾਲਾ ਸ਼ਬਦ ਹੈ ਬਾਬਾ ਸ਼ਬਦ। ਜਿੰਨਾ ਚਿਰ ਆਪ ਜੀ ਦੇ ਨਾਮ ਦੇ ਨਾਲ ਬਾਬਾ ਸ਼ਬਦ ਨਾ ਲਗਾਓ ਜੀ, ਉਨਾ ਚਿਰ ਆਪ ਦਾ ਨਾਮ ਪੂਰਾ ਨਹੀਂ ਹੁੰਦਾ। ਜਿਵੇਂ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਬਾਬਾ ਬੁੱਢਾ ਸਾਹਿਬ ਕਹਿੰਦੇ ਆ ਨਾ, ਬਾਬਾ ਸ਼ਬਦ। ਧੰਨ ਧੰਨ ਬਾਬਾ ਦੀਪ ਸਿੰਘ ਜੀ, ਬਾਬਾ ਸ਼ਬਦ। ਧੰਨ ਧੰਨ ਬਾਬਾ ਅਜੀਤ ਸਿੰਘ ਜੀ, ਧੰਨ ਧੰਨ ਬਾਬਾ ਜੁਝਾਰ ਸਿੰਘ ਜੀ, ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ। ਸਾਧ ਸੰਗਤ ਜੀ, ਹੁਣ ਤੁਸੀਂ ਆਪ ਦੇਖੋ ਵੀ ਇਕੱਲੇ ਬਾਬੇ ਮੱਖਣ ਸ਼ਾਹ ਲੁਬਾਣੇ ਦੀ ਗੱਲ ਨਹੀਂ ਹੋ ਰਹੀ, ਬਾਬਾ ਬੁੱਢਾ ਸਾਹਿਬ ਜੀ ਦੀ ਗੱਲ ਹੋ ਰਹੀ। ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਗੱਲ ਅਸੀਂ ਕਰ ਰਹੇ ਹਾਂ। ਕੀ ਇਹ ਇਕੱਲਾ ਬਾਬੇ ਮੱਖਣ ਸ਼ਾਹ ਲੁਬਾਣੇ ਦਾ ਦਿਨ ਮਨਾਇਆ ਜਾ ਰਿਹਾ? ਨਹੀਂ, 4 ਸਾਹਿਬਜ਼ਾਦਿਆਂ ਨੂੰ ਆਪਾਂ ਨਤਮਸਤਕ ਹੋਏ ਹਾਂ। ਇੱਕ ਵਾਰੀ ਫਿਰ ਕਿਰਪਾ ਕਰ ਲਓ। ਧੰਨ ਧੰਨ ਬਾਬਾ ਅਜੀਤ ਸਿੰਘ ਜੀ, ਧੰਨ ਧੰਨ ਬਾਬਾ ਜੁਝਾਰ ਸਿੰਘ ਜੀ, ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ। ਸਾਡੇ ਵੀਰ ਮੱਖਣ ਸਿੰਘ ਜੀ ਸਟੇਜ ਸੈਕਟਰੀ ਨੇ, ਤੇ ਉਹਨਾਂ ਨੇ ਬੜਾ ਸੁੰਦਰ ਕੱਲ੍ਹ ਵੀ ਕਿਹਾ ਵੀ ਅਸੀਂ ਕੇਵਲ ਲੁਬਾਣਾ ਬਰਾਦਰੀ ਦੇ ਦਿਨ ਨਹੀਂ ਮਨਾਉਂਦੇ, ਅਸੀਂ ਗੁਰੂ ਪੰਥ ਦੇ, ਗੁਰੂ ਗ੍ਰੰਥ ਦੇ ਸਾਰੇ ਗੁਰਪੁਰਬ ਮਨਾਉਂਦੇ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕੋਈ ਇੱਕ ਕੌਮ ਦੇ ਥੋੜ੍ਹੇ ਨੇ, ਕੋਈ ਇੱਕ ਬਰਾਦਰੀ ਦੇ ਥੋੜ੍ਹੇ ਨੇ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਕੋਈ ਇੱਕ ਦੇ ਥੋੜ੍ਹੇ ਨੇ, ਸਮੁੱਚੀ ਸ੍ਰਿਸ਼ਟੀ ਦੇ ਨੇ। ਤੇ ਇਸ ਕਰਕੇ ਗੁਰੂ ਪਿਆਰਿਓ, ਜਿਹੜਾ ਬਾਬਾ ਸ਼ਬਦ ਹੈ ਨਾ ਜੀ, ਇਹ ਇਸ ਕਰਕੇ ਸੀ ਕਿਉਂਕਿ ਬਾਬਾ ਮੱਖਣ ਸ਼ਾਹ ਲੁਬਾਣੇ ਦੀ ਉਮਰ ਵੀ ਉਸ ਵੇਲੇ ਬਜ਼ੁਰਗ ਹੋ ਚੁੱਕੀ ਸੀ। ਤੇ ਜਿਹੜਾ ਇਤਿਹਾਸ ਤੁਸੀਂ ਬਾਬੇ ਮੱਖਣ ਸ਼ਾਹ ਲੁਬਾਣੇ ਦਾ ਇੰਟਰਨੈਟ ਤੇ ਗੂਗਲ ਤੇ ਪੜ੍ਹਦੇ ਹੋ, ਉਹ ਗਲਤ ਹੈ। ਅੱਜ ਮੈਂ ਆਪਣੀ ਸਾਰੀ ਕੌਮ ਨੂੰ ਬੇਨਤੀ ਕਰਨੀ ਚਾਹਾਂਗਾ, ਉਹਦੇ ਵਿੱਚ ਸੋਧ ਕਰਨ ਦੀ ਲੋੜ ਹੈ। ਬਾਬੇ ਮੱਖਣ ਸ਼ਾਹ ਲੁਬਾਣੇ ਦੇ ਇਤਿਹਾਸ ਦੀ, ਉਸ ਦੇ ਜਨਮ ਦੀ ਤਰੀਕ, ਉਸ ਦੇ ਅਕਾਲ ਚਲਾਣੇ ਦੀ ਤਰੀਕ, ਤੇ ਉਸ ਦੀ ਸੰਤਾਨ ਦੀ ਜਿਹੜੀ ਤਰੀਕ ਹੈ, ਉਹਦੇ ਵਿੱਚ ਸੋਧਣ ਦੀ ਲੋੜ ਹੈ। ਸੋ ਮੇਰੀ ਡਿਊਟੀ ਲਗਾਈ ਮੇਰੇ ਵੀਰਾਂ ਨੇ, ਜਿਹੜੇ ਸੁਸਾਇਟੀ ਦੇ ਸੰਚਾਲਕ ਨੇ, ਤੇ ਇਹਨਾਂ ਨੇ ਮੈਨੂੰ ਹੁਕਮ ਕੀਤਾ ਕਿ ਤੁਸੀਂ ਇਸ 'ਤੇ ਸਰਚ ਕਰਨੀ ਹੈ, ਖੋਜ ਕਰਨੀ ਹੈ ਬਾਬੇ ਮੱਖਣ ਸ਼ਾਹ ਲੁਬਾਣਾ। ਤੇ ਆਪਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਸਮੇਂ ਤੋਂ ਸ਼ੁਰੂ ਕਰ ਲੈਂਦੇ ਹਾਂ। ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੇ ਭਾਈ ਮਰਦਾਨਾ ਜੀ ਇੱਕ ਪਿੰਡ ਦੇ ਵਿੱਚ ਚਲੇ ਗਏ ਨੇ, ਵਣਜਾਰਿਆਂ ਦਾ ਉੱਥੇ ਕਾਫਲਾ ਸੀ, ਪਿੰਡ ਸੀ ਵਣਜਾਰਿਆਂ ਦਾ। ਤੇ ਕੀ ਦੇਖਦੇ ਨੇ, ਬਾਹਰ 4 ਝੰਡੇ ਝੂਲ ਰਹੇ ਨੇ, 4 ਝੰਡੇ ਇੱਕ ਘਰ ਦੇ ਵਿੱਚ। ਤੇ ਝੰਡੇ ਝੂਲਣ ਦੀ ਗੱਲ ਪਤਾ ਕੀ ਹੈ, ਜਿਹਦੇ ਕੋਲ 1 ਲੱਖ ਹੋ ਜਾਂਦਾ ਸੀ ਨਾ ਪੁਰਾਣੇ ਸਮੇਂ, ਤੋਂ ਇਹ ਇੱਕ ਝੰਡਾ ਬਾਹਰ ਗੱਡ ਦਿੰਦਾ ਸੀ ਆਪਣੇ ਘਰ ਦੇ ਉੱਪਰ। ਪਤਾ ਲੱਗਦਾ ਸੀ ਵੀ ਇਹ 1 ਲੱਖ ਦਾ ਮਾਲਕ ਹੈ, ਇਹਦੇ ਕੋਲ 1 ਲੱਖ ਹੈ। ਤੇ ਜਿੰਨੇ ਝੰਡੇ ਝੂਲਦੇ ਸਨ, ਪਤਾ ਲੱਗਦਾ ਸੀ ਵੀ ਇੰਨੇ ਲੱਖ ਦਾ ਮਾਲਕ ਹੋ ਗਿਆ। 4 ਝੰਡੇ ਝੂਲ ਰਹੇ ਸਨ ਜੀ। ਤੇ ਆਪ ਜੀ ਦੇ ਗਿਆਤ ਦੇ ਵਾਸਤੇ ਦੁਆਬੇ ਦੇ ਵਿੱਚ ਨਾ ਜੀ, ਫਲੋਰ ਦੇ ਕੋਲ ਇੱਕ ਪਿੰਡ ਹੈ ਅਪਰਾ। ਬ੍ਰਿਟਿਸ਼ ਰਾਜ ਦੇ ਸਮੇਂ ਕਹਿੰਦੇ ਨੇ ਸਭ ਤੋਂ ਜ਼ਿਆਦਾ ਝੰਡੇ ਜਿਹੜੇ ਨੇ ਅਪਰਾ ਪਿੰਡ ਦੇ ਵਿੱਚ ਝੁਲਦੇ ਸਨ। ਅਪਰਾ ਪਿੰਡ ਵਿੱਚ ਸੁਨਿਆਰਿਆਂ ਦਾ ਪਿੰਡ ਸੀ, ਬੜੇ ਧਨਾੜ ਰਹਿੰਦੇ ਸਨ। ਤੇ ਗੁਰੂ ਬਾਬਾ ਜੀ ਨੇ ਭਾਈ ਮਰਦਾਨੇ ਨੂੰ ਆਖਿਆ, ਮਰਦਾਨਿਆ ਵੀ ਜਾ ਦੇਖ, ਜਿਹੜਾ ਇਸ ਘਰ ਦਾ ਮਾਲਕ ਹੈ ਨਾ, ਬੁਲਾ ਕੇ ਲਿਆ ਜਿੱਥੇ ਝੰਡੇ ਝੁਲ ਰਹੇ ਨੇ। ਤੇ ਜਦੋਂ ਘਰ ਦੇ ਮਾਲਕ ਨੂੰ ਬੁਲਾਇਆ ਤਾਂ ਉਸ ਦਾ ਨਾਮ ਹੈ ਜੀ ਸਾਵਣ ਮੱਲ। ਬਾਬੇ ਮੱਖਣ ਸ਼ਾਹ ਦੇ ਆਪਾਂ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਗੱਲ ਜਿਹੜੀ ਸ਼ੁਰੂ ਕਰ ਲੈਂਦੇ। ਵੈਸੇ ਇਤਿਹਾਸਕਾਰਾਂ ਨੇ ਤਾਂ ਬਹੁਤ ਲੰਬੇਰੀ ਲਿਸਟ ਲਈ ਹੈ, ਪਰ ਆਪਾਂ ਉੱਥੋਂ ਨਹੀਂ ਜਾਣਾ, ਕਿਉਂਕਿ ਸਾਡੀ ਸਿੱਖੀ ਗੁਰੂ ਨਾਨਕ ਤੋਂ ਸ਼ੁਰੂ ਹੁੰਦੀ ਹੈ। ਤੇ ਬਾਬਾ ਸਾਵਣ ਮੱਲ ਉਹਨਾਂ ਦਾ ਨਾਮ ਹੈ ਜੀ, ਜਿਹਦੇ 4 ਝੰਡੇ ਝੁੱਲ ਰਹੇ ਨੇ। ਬੜਾ ਅਮੀਰ ਵਪਾਰੀ ਹੈ। ਤੇ ਜਦੋਂ ਗੁਰੂ ਬਾਬਾ ਜੀ ਦੇ ਦਰਸ਼ਨ ਕੀਤੇ ਨਾ, ਦੀਦਾਰ ਕੀਤੇ, ਤਨ ਮਨ ਠੰਡਾ ਹੋ ਗਿਆ। ਬਾਬੇ ਸਾਵਣ ਮੱਲ ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ। ਤੇ ਦਰਸ਼ਨ ਕਰਕੇ, ਗੁਰੂ ਦੇ ਬਚਨ ਸੁਣ ਕੇ ਬਾਬਾ ਸਾਵਣ ਮੱਲ ਜੀ ਕਹਿੰਦੇ ਨੇ, ਬਾਬਾ ਜੀ ਗੁਰੂ ਸਾਹਿਬ ਜੀ ਨੂੰ ਵੀ ਹੁਣ ਤੇ ਇੰਜ ਕਰਦਾ ਵੀ ਜਾਂ ਤੁਸੀਂ ਮੇਰੇ ਘਰ ਪੱਕੇ ਠਹਿਰ ਜਾਓ, ਜਾਂ ਮੈਨੂੰ ਆਪਣੇ ਨਾਲ ਲੈ ਚਲੋ, ਤੁਹਾਡੇ ਬਿਨਾਂ ਹੁਣ ਰਹਿਣਾ ਔਖਾ ਬਾਬਾ ਜੀ। ਇਹ ਸਾਵਣ ਮੱਲ ਨੇ ਬਚਨ ਕਹੇ। ਤੇ ਇਹ ਬਾਬਾ ਸਾਵਣ ਮੱਲ ਜਿਹੜਾ ਨਾ ਜੀ, ਇਹਦਾ ਵਪਾਰ ਕਹਿੰਦੇ ਨੇ ਅਫਰੀਕਾ ਤੱਕ ਸੀ, ਕੀਨੀਆ ਤੱਕ, ਕੀਨੀਆ, ਮਲੰਦੀ, ਅਫਰੀਕਾ ਦਾ, ਇੱਥੇ ਤੱਕ ਇਹਦਾ ਵਪਾਰ ਸੀ। ਤੇ ਗੁਰੂ ਬਾਬਾ ਜੀ ਕਹਿਣ ਲੱਗੇ, ਬਾਬਾ ਸਾਵਣ ਮੱਲ ਜੀ ਨੂੰ ਕਹਿਣ ਲੱਗੇ ਵੀ ਸਰੀਰ ਨਾਲ ਨਹੀਂ ਜੁੜਨਾ, ਸ਼ਬਦ ਨਾਲ ਜੁੜਨਾ। ਫਿਰ ਗੁਰੂ ਦਾ ਸ਼ਬਦ ਉਹ ਦਿੱਤਾ ਵੀ ਜਿੱਥੇ ਵੀ ਤੂੰ ਜਾਏਂਗਾ, ਇਹ ਗੁਰੂ ਦਾ ਸ਼ਬਦ ਤੇਰੇ ਨਾਲ ਹੋਵੇਗਾ, ਜਪਜੀ ਤੇਰੇ ਨਾਲ ਹੋਵੇਗੀ।
ਜਪ ਸਾਹਿਬ ਤੇਰੇ ਨਾਲ ਹੋਵੇਗਾ, ਗੁਰੂ ਦਾ ਸ਼ਬਦ ਤੇਰੇ ਨਾਲ ਹੋਵੇਗਾ, ਤੇ ਨਾਲ ਤੂੰ ਸਿੱਖੀ ਦਾ ਪ੍ਰਚਾਰ ਕਰਨਾ। ਇਹ ਬਾਬਾ ਸਾਵਣ ਮੱਲ ਜਿਹੜਾ, ਇਹਦਾ ਵਪਾਰ ਅਫਰੀਕਾ ਤੱਕ ਹੈ ਜੀ। ਤੇ ਇੰਨਾ ਵਪਾਰ ਵੱਧ ਗਿਆ ਕਿ ਬਾਬਾ ਸਾਵਣ ਮੱਲ ਜੀ ਦਾ ਜਿਹੜਾ ਭੱਟ ਵਹੀਆਂ ਦੇ ਵਿੱਚ ਬਚਨ ਮਿਲਦੇ ਨੇ, ਭੱਟ ਵਹੀ ਤੁਲੰਡਾ ਦੇ ਵਿੱਚ, ਕਿ ਭੱਟ ਵਹੀਆਂ ਦੇ ਮੁਤਾਬਕ ਉਹਦੇ ਵਿੱਚ ਜ਼ਿਕਰ ਮਿਲਦਾ ਹੈ ਮੱਖਣ ਸ਼ਾਹ ਨਾਇਕ ਪੁੱਤਰ ਦਾਸੇ ਸ਼ਾਹ ਪੁੱਤਰ ਅਰਬਾ ਪੁੱਤਰ ਬੰਨਾ ਪੁੱਤਰ ਸਾਵਣ ਮੱਲ ਜੀ ਤੇ ਨਾਦੀ ਬਹੌੜੂ ਜੀ ਕੇ ਕੁੱਲ ਵਣਜਾਰੀਆ ਪਹਿਲੀਆ ਕੁੱਲ ਪੁਰੋਹਤ शिवदत्त को माना गुरु की कड़ाही। ये बचन सारा दसिया बाबे मक्खन शाह जी का इतिहास। तो ਉਹਦੇ मुताबक ਜਿਹੜਾ ਉਹਨਾਂ ਨੇ ਭੱਟ ਵਹੀਆਂ ਦੇ ਵਿੱਚ ਲਿਖਿਆ ਨਾ ਜੀ, ਉਹਦੇ ਵਿੱਚ ਇਹ ਜਨਮ ਤਰੀਕ ਲਿਖੀ ਹੈ 5 ਵਿਸਾਖ ਨੂੰ, ਤੇ 1588-99 ਦੇ ਵਿੱਚ ਆਪ ਜੀ ਦਾ ਜਨਮ ਹੋਇਆ। 5 ਵਿਸਾਖ 1599 ਦੇ ਵਿੱਚ। ਤੇ ਜਿਹੜੀਆਂ ਪੁਸਤਕ ਛਾਪੀ ਭਾਈ ਦੇਸਾ ਸਿੰਘ ਜੀ ਨੇ, ਇਤਿਹਾਸ ਬਾਬਾ ਮੱਖਣ ਸ਼ਾਹ ਲਬਾਣਾ, ਉਹਦੇ ਵਿੱਚ ਭਾਈ ਦੇਸਾ ਸਿੰਘ ਜੀ ਨੇ ਲਿਖਿਆ ਹੈ ਕਿ ਪਹਿਲੀ ਵਾਰੀ ਬਾਬਾ ਮੱਖਣ ਸ਼ਾਹ ਜੀ ਜਿਹੜੇ ਨੇ ਇਹ 1604 ਈਸਵੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਮਿਲੇ ਨੇ। ਸ਼ਹਾਦਤ ਤੋਂ ਪਹਿਲਾਂ ਬਾਬਾ ਮੱਖਣ ਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਬਾਰ ਦੇ ਵਿੱਚ ਆਇਆ, ਤੇ ਉਦੋਂ ਬਾਬੇ ਮੱਖਣ ਸ਼ਾਹ ਲਬਾਣੇ ਦੀ ਉਮਰ 15 ਸਾਲ ਦੀ ਸੀ ਜਦੋਂ ਗੁਰੂ ਅਰਜਨ ਦੇਵ ਜੀ। ਤੇ ਹੁਣ ਜਿਹੜਾ ਅਫਰੀਕਾ ਦੇ ਵਿੱਚ ਕੀਨੀਆ ਦਾ ਇੱਕ ਸ਼ਹਿਰ ਹੈ ਜੀ ਮਲੰਦੀ, ਉੱਥੇ ਸੈਂਟ ਜੇਲੀਅਰ ਹੋਏ ਨੇ, ਤੇ ਉਹਦੇ 2 ਮਲਾਹ ਹੋਏ ਨੇ, ਸੁਦਾਗਰ ਹੋਏ ਨੇ। ਤੇ ਉਹਨਾਂ ਦੀ ਜਿਹੜੀ ਸਰਚ ਕੀਤੀ ਹੈ ਨਾ 2004 ਦੇ ਵਿੱਚ, ਕਹਿੰਦੇ ਨੇ ਇੱਕ ਗੁਜਰਾਤੀ ਵਪਾਰੀ ਦਾ ਵੇਅਰ ਹਾਊਸ ਸੀ ਜਿੱਥੇ ਅੱਜ ਹਾਊਸ ਆਫ ਕਾਮਨ ਬਣਿਆ। ਤੇ ਉਹ ਜਿਹੜਾ ਗੁਜਰਾਤੀ ਵਪਾਰੀ ਸੀ ਉਹ ਸੀ ਸਾਧ ਸੰਗਤ ਜੀ ਬਾਬੇ ਮੱਖਣ ਸ਼ਾਹ ਲਬਾਣੇ ਦੇ ਪਿਤਾ ਜੀ ਭਾਈ ਦਾਸਾ ਜੀ ਉਹਨਾਂ ਦਾ। ਤੇ ਇੰਨਾ ਵੱਡਾ ਕਾਰੋਬਾਰ ਸੀ ਉਸ ਵੇਲੇ ਬਾਬੇ ਮੱਖਣ ਸ਼ਾਹ ਲਬਾਣਾ ਜੀ ਦਾ। ਤੇ ਕਹਿੰਦੇ ਨੇ ਜਿਹੜਾ ਇੱਕ ਹੋਰ ਇਹਨਾਂ ਦੇ ਬਰਾਬਰ ਦਾ ਕਿੱਤੇ ਵਾਲਾ ਸੀ ਨਾ ਜੀ, ਭਾਈ ਬਹੌੜੂ ਜੀ, ਉਸ ਵੇਲੇ ਰਿਸ਼ਤੇ ਜਿਹੜੇ ਸਨ ਉਹ ਬਰਾਬਰਤਾ ਦੇ ਵਿੱਚ ਹੁੰਦੇ ਸਨ। ਭਾਈ ਬਹੌੜੂ ਜੀ ਦੀ ਇੱਕ ਬੇਟੀ ਹੈ ਜਿਸ ਦਾ ਨਾਮ ਹੈ ਸਬਰਾਈ, ਜੋ ਬਾਬੇ ਮੱਖਣ ਸ਼ਾਹ ਲਬਾਣਾ ਜੀ ਦੀ ਮਾਤਾ ਜੀ ਹਨ। ਤੇ ਉਹਨਾਂ ਦਾ ਸਾਧ ਸੰਗਤ ਜੀ ਫਿਰ ਵਿਆਹ ਹੋ ਗਿਆ ਭਾਈ ਦਾਸਾ ਜੀ ਦੇ ਨਾਲ। ਤੇ ਭਾਈ ਦਾਸਾ ਜੀ ਦੇ ਅੱਗੂ ਪੁੱਤਰ ਜਿਹੜੇ ਨੇ ਇਹ ਬਾਬਾ ਮੱਖਣ ਸ਼ਾਹ ਲਬਾਣਾ। ਤੇ ਇਤਿਹਾਸ ਦੇ ਵਿੱਚ ਇਹ ਜ਼ਿਕਰ ਮਿਲਦਾ, ਭਾਈ ਕਾਨ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਦੇ ਵਿੱਚ ਜ਼ਿਕਰ ਕੀਤਾ ਕਿ 4 ਹੁਕਮਨਾਮੇ ਕਲਗੀਧਰ ਪਾਤਸ਼ਾਹ ਜੀ ਨੇ ਬਾਬੇ ਮੱਖਣ ਸ਼ਾਹ ਲਬਾਣਾ ਦੇ ਬੇਟੇ ਲਾਲ ਸਿੰਘ ਨੂੰ ਬਖਸ਼ੇ ਸੀ। 4 ਹੁਕਮਨਾਮੇ ਭਾਈ ਕਾਨ ਸਿੰਘ ਜੀ ਨਾਭਾ। ਫਿਰ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚ ਜ਼ਿਕਰ ਮਿਲਦਾ ਕਿ ਮੁਕਤ ਪਦਾਰਥ ਜਾਣੀਐ ਤਾਰੂ ਭਾਰੂ ਦਾਸਾ ਉਦਾਰੇ। ਆਪ ਜੀ ਦੇ ਪਿਤਾ ਜੀ ਦਾ ਨਾਮ 11ਵੀਂ ਪੌੜੀ ਭਾਈ ਗੁਰਦਾਸ ਜੀ ਦੀ, ਉਹਦੇ ਵਿੱਚ ਤੇ ਆਪ ਜੀ ਦੇ ਪਿਤਾ ਜੀ ਦਾਸਾ ਜੀ ਉਹਨਾਂ ਦਾ ਜ਼ਿਕਰ ਕੀਤਾ। ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੁਬਾਣਿਆਂ ਦਾ ਇਤਿਹਾਸ ਪੁਸਤਕ ਛਾਪੀ ਹੈ, ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਆਪ ਜੀ ਦੇ ਘਰ, ਆਪ ਜੀ ਦੇ ਪਿਤਾ ਜੀ ਦਾਸਾ ਜੀ ਦੇ ਘਰ 3 ਮਹੀਨੇ ਦਾ ਸਮਾਂ ਠਹਿਰੇ। ਇਤਿਹਾਸ ਵਿੱਚ ਇਹ ਵੀ ਜ਼ਿਕਰ ਮਿਲਦਾ ਹੈ ਕਿ ਜਦੋਂ ਆਪ ਜੀ ਦੇ ਪਿਤਾ ਜੀ ਭਾਈ ਦਾਸਾ ਜੀ ਅਕਾਲ ਚਲਾਣਾ ਕਰ ਗਏ ਤੇ ਬਾਬਾ ਮੱਖਣ ਸ਼ਾਹ ਜੀ ਗੁਰੂ ਹਰਿਰਾਏ ਸਾਹਿਬ ਕੋਲ ਗਏ, ਜਾ ਕੇ ਖਬਰ ਦਿੱਤੀ ਕਿ ਸਤਿਗੁਰੂ ਜੀ ਪਿਤਾ ਜੀ ਅਕਾਲ ਚਲਾਣਾ ਕਰ ਗਏ ਨੇ। ਤੇ ਇਤਿਹਾਸ ਕਹਿੰਦਾ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਿੰਡ ਆਏ, ਪਿੰਡ ਮੋਟਾ ਟਾਂਡਾ, ਜ਼ਿਲ੍ਹਾ ਮੁਜ਼ੱਫਰਾਬਾਦ, ਕਈਆਂ ਨੂੰ ਗੁਜਰਾਤ ਲਿਖਿਆ। ਮੋਟਾ ਟਾਂਡਾ ਇਸ ਕਰਕੇ ਸੀ ਕਿ ਜਿਹੜੀ ਬਸਤੀ ਦੇ ਵਿੱਚ ਇਹ ਰਹਿੰਦੇ ਸਨ ਬਾਬਾ ਮੱਖਣ ਸ਼ਾਹ ਜੀ ਲਬਾਣਾ, ਉਹ ਬਹੁਤ ਵੱਡੀ ਬਸਤੀ ਬਣ ਗਈ ਸੀ, ਬਹੁਤ ਵੱਡਾ ਪਿੰਡ ਬਣ ਗਿਆ। ਸੋ ਗੁਰੂ ਇਤਿਹਾਸ ਦੇ ਨਾਲ ਜੁੜਿਆ ਹੋਇਆ ਬਾਬੇ ਮੱਖਣ ਸ਼ਾਹ ਜੀ ਦਾ ਜੀਵਨ। ਤੇ ਜਿਹੜਾ ਬੇੜੇ ਦਾ ਜ਼ਿਕਰ ਕਰਦੇ ਆ ਨਾ ਜੀ, ਮੈਂ ਸਮੇਂ ਦੇ ਵਿੱਚ ਰਹਿ ਕੇ ਸਮਾਪਤੀ ਕਰਨੀ ਹੈ ਕਿ ਆਪ ਜੀ ਦਾ ਬੇੜਾ ਜਿਹੜਾ ਸੀ ਉਹ ਬਰੇਤੇ ਦੇ ਵਿੱਚ ਫਸ ਗਿਆ। ਬਰੇਤੇ, ਇਹ ਗੱਲ ਗਲਤ ਹੈ। ਬਰੇਤੇ ਦੇ ਵਿੱਚ ਬੇੜਾ ਨਹੀਂ ਫਸਿਆ। ਜੇ ਬਰੇਤੇ ਦੇ ਵਿੱਚ ਬੇੜਾ ਫਸੇ ਨਾ ਜੀ, ਤੇ ਜਿਹੜਾ ਸੁਦਾਗਰ ਹੁੰਦਾ ਹੈ, ਵਪਾਰੀ ਹੁੰਦਾ, ਉਹਨੂੰ ਉਨੀ ਚਿੰਤਾ ਨਹੀਂ ਹੁੰਦੀ, ਕਿਉਂਕਿ ਛੋਟੇ ਬੇੜੇ ਲਿਆ ਕੇ ਮਾਲ ਕੱਢਿਆ ਜਾ ਸਕਦਾ। ਫਿਰ ਜਦੋਂ ਕਿਧਰੇ ਪਾਣੀ ਦੀਆਂ ਛੱਲਾਂ ਆਉਣ ਤੇ ਉਹ ਬੇੜਾ ਤਰ ਸਕਦਾ। ਅਸਲੇ 'ਚ ਬੇੜਾ ਉਸ ਜਗ੍ਹਾ ਤੇ ਤੇਨੂੰ ਭਵਰ, ਜਿੱਥੇ 3 ਨਦੀਆਂ ਦਾ ਸੁਮੇਲ ਹੁੰਦਾ ਨਾ, ਭਵਰ ਬਣਦਾ ਹੈ,
ਬੇੜਾ ਉਸ ਝੱਖੜ ਦੇ ਵਿੱਚ ਜਾ ਪਿਆ ਸੀ, ਤੂਫਾਨ ਦੇ ਵਿੱਚ, ਜਿੱਥੋਂ ਕੋਈ ਆਸ ਨਹੀਂ ਸੀ। ਤੇ ਕਹਿੰਦੇ ਨੇ ਬਾਬਾ ਮੱਖਣ ਸ਼ਾਹ ਲਵਾਣਾ ਜੀ ਨਾ ਜੀ, ਇਹ ਵੀਰ ਕਰਮੋਨਾ ਸਾਹਿਬ ਜੀ ਇਤਿਹਾਸ ਦੇ ਵਿੱਚ ਮੈਂ ਪੜ੍ਹਿਆ ਕਿ ਬਾਬਾ ਮੱਖਣ ਸ਼ਾਹ ਲਵਾਣਾ ਜੀ ਦਾ ਇੱਕ ਮੁਨਸ਼ੀ ਸੀ, ਜਿਸ ਦਾ ਨਾਮ ਸੀ ਚਤਰਦਾਸ, ਮੁਨਸ਼ੀ ਦਾ ਨਾਮ। ਤੇ ਉਹ ਬਾਬਾ ਮੱਖਣ ਸ਼ਾਹ ਲਵਾਣਾ ਜੀ ਨੂੰ ਚਾਚਾ ਜੀ ਕਹਿ ਕੇ ਪੁਕਾਰਦਾ ਸੀ। ਮੁਨਸ਼ੀ ਜਿਹੜਾ ਸੀ ਨਾ ਜੀ, ਚਾਚਾ ਜੀ ਕਹਿੰਦਾ ਸੀ ਬਾਬਾ ਮੱਖਣ ਸ਼ਾਹ ਲਵਾਣਾ। ਤੇ ਕਹਿਣ ਲੱਗਾ ਵੀ ਚਾਚਾ ਜੀ ਹੁਣ ਤੇ ਕੋਈ ਚਾਰਾ ਨਹੀਂ। ਤੇ ਬਾਬੇ ਮੱਖਣ ਸ਼ਾਹ ਲਵਾਣੇ ਨੇ ਕੀ ਕੀਤਾ ਜੀ, ਸਿਦਕ ਦਾ ਬੜਾ ਪੱਕਾ ਸੀ। ਕਹਿੰਦੇ ਨੇ ਕਿ ਕਰ ਚਿੱਤ ਕੋਈ ਕਾਗਰ ਜਪਜੀ ਪੜਾ, ਪੁਨ ਸਤਿਗੁਰ ਕਾ ਕੀਆ ਧਿਆਨ। ਇਕਾਗਰ ਚਿੱਤ ਕਰਕੇ ਜਪਜੀ ਸਾਹਿਬ ਜੀ ਦਾ ਪਾਠ ਕੀਤਾ। ਕਹਿਣ ਲੱਗਾ ਡਰੋ ਨਾ, ਡੋਲੋ ਨਾ, ਗੁਰੂ ਬੇੜਾ ਪੰਨੇ ਲਗਾਏਗਾ। ਤੇ ਗੁਰੂ ਨੇ ਕਿੰਨੇ ਕੁ ਨੇੜੇ ਹੋ ਕੇ ਅਰਦਾਸ ਸੁਣੀ। ਸ਼ਾਨ ਸਾਹਿਬ ਜੀ ਨੇ ਪਹਿਲਾ ਸ਼ਬਦ ਪੜ੍ਹਿਆ, ਗੁਰਪੂਰਾ ਮੇਰੀ ਰਾਖ ਲਈ, ਆਪਣੇ ਸੇਵਕ ਕੀ ਆਪੇ ਰੱਖੇ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇਖੋ, ਬਾਬੇ ਬਕਾਲੇ ਨੇ, ਬੇੜਾ ਉਧਰ ਹੈ, ਆਪਣਾ ਮੋਢਾ ਲਗਾ ਕੇ ਬੇੜਾ ਪਾਰ ਕੀਤਾ। ਤੇ ਬਾਬਾ ਮੱਖਣ ਸ਼ਾਹ ਜੀ ਨੇ ਕਿਹਾ ਸੀ, ਦਸਵੰਧ ਦੀ ਮਾਇਆ, ਦਸਵੰਧ ਦੀਆਂ ਮੋਹਰਾਂ ਸਤਿਗੁਰੂ ਭੇਟਾ ਕਰਾਂਗਾ। ਤੇ ਜਦੋਂ ਬਾਬਾ ਮੱਖਣ ਸ਼ਾਹ ਲਵਾਣਾ ਆਇਆ ਨਾ ਜੀ, ਪਹਿਲਾਂ ਗਿਆ ਦਿੱਲੀ। ਤੇ ਦਿੱਲੀ ਤੋਂ ਪਤਾ ਲੱਗਾ ਕਿ ਸਤਿਗੁਰੂ ਸਾਹਿਬ ਜੀ ਇੱਕ ਜੋਤੀ ਜੋਤ ਸਮਾ ਗਏ ਨੇ ਤੇ ਬਚਨ ਕਰ ਗਏ ਨੇ, ਬਾਬਾ ਵਸੇ ਗ੍ਰਾਮ ਬਕਾਲੇ। ਇਸ ਤੋਂ ਅੰਦਾਜ਼ਾ ਲਗਾਇਆ ਕਿ ਜੋਤ ਜਿਹੜੀ ਆ ਉਹ ਬਾਬੇ ਬਕਾਲੇ ਦੇ ਵਿੱਚ ਹੈ। ਬਾਬੇ ਬਕਾਲੇ ਆਇਆ ਤੇ ਗਿਆਨੀ ਗਿਆਨ ਸਿੰਘ ਜੀ ਨੇ ਪੰਥ ਪ੍ਰਕਾਸ਼ ਦੇ ਵਿੱਚ ਲਿਖਿਆ, ਇੱਥੇ ਗੁਰੂਆਂ ਦੀ ਮੰਡੀ ਲੱਗ ਗਈ ਬਾਬੇ ਬਕਾਲੇ, ਹਰ ਕੋਈ ਗੁਰੂ ਅਖਵਾਉਣ ਲੱਗਾ। ਸਿਆਣਾ ਬੜਾ ਸੀ। ਜਿਹੜੇ ਵਣਜਾਰੇ ਹੁੰਦੇ ਨਾ, ਵਪਾਰੀ ਹੁੰਦੇ ਨੇ, ਸਿਆਣੇ ਹੁੰਦੇ ਨੇ, ਉੱਦਾਂ ਇਹ ਸਫਲ ਨਹੀਂ ਹੋ ਸਕਦੇ। ਇਹਨਾਂ ਦੀ ਪਰਖ ਕਰਨੀ ਚਾਹੀਦੀ। ਜਿਹੜਾ ਪੂਰਾ ਗੁਰੂ ਹੋਏਗਾ ਆਪ ਹੀ ਮੰਗ ਲੇਗਾ। ਪਰਖ ਕਰਨੀ ਸ਼ੁਰੂ ਕੀਤੀ। ਪਹਿਲਾਂ 2-2 ਮੋਹਰਾਂ ਰੱਖੀਆਂ ਜੀ ਸੋਨੇ ਦੀਆਂ ਸਾਰਿਆਂ ਨੂੰ। ਤੇ ਸੋਨੇ ਦੀਆਂ 2 ਮੋਹਰਾਂ ਬੜੀ ਵੱਡੀ ਗੱਲ ਸੀ। ਇੱਕ ਮੋਹਰ ਵੀ 2 ਮੋਹਰਾਂ। ਬੜੇ ਖੁਸ਼ ਹੋਏ ਸਾਰੇ, ਕਹਿਣ ਮੱਖਣ ਸ਼ਾਹ ਨੂੰ ਸਰੋਪਾ ਦੇਵੋ। ਸਾਰੇ ਸਰੋਪੇ ਦੇਈ ਗਏ ਸਾਰੇ। ਤੇ ਜਿਹੜਾ ਧੀਰਮਲ ਸੀ ਨਾ, ਧੀਰਮਲ ਦੇ ਕੋਲ ਗੁਰੂ ਗ੍ਰੰਥ ਸਾਹਿਬ ਸੀ। ਚੇਲੇ ਚਾਟੜੇ ਬਹੁਤ ਸਨ ਧੀਰਮਲ ਦੇ ਕੋਲ। ਤੇ ਸੋਚਦਾ ਕਿਤੇ ਇਹ ਨਾ ਪੂਰਾ ਗੁਰੂ ਹੋਵੇ। ਬਾਕੀਆਂ ਨੂੰ 2-2 ਧਰੀਆਂ ਤੇ ਬਾਬੇ ਧੀਰਮਲ ਨੂੰ 5 ਮੋਹਰਾਂ ਰੱਖ ਕੇ ਤੇ ਮੱਥਾ ਟੇਕਿਆ। ਤੇ ਬਾਬਾ ਧੀਰਮਲ ਵੀ ਕਹੇ, ਮੱਖਣ ਸ਼ਾਹ ਨੂੰ ਸਰੋਪਾ ਦੇਵੋ, ਮੱਖਣ ਸ਼ਾਹ ਲੰਗਰ ਛਕ ਕੇ ਜਾਈ। ਤੇ ਕਹਿਣ ਲੱਗਾ ਵੀ ਇਹ ਵੀ ਪੂਰਾ ਨਹੀਂ, ਇਹਦੇ ਸਾਰੇ ਮੰਗਤੇ ਬੈਠੇ ਨੇ। ਸ਼ਾਮ ਪੈ ਗਈ ਜੀ। ਤੇ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ, ਉਹਨਾਂ ਦਾ ਬੜਾ ਪਿਆਰਾ ਬਚਨ ਕਹਿੰਦੇ ਨੇ, ਸ਼ਾਮ ਦੇ ਸਮੇਂ ਇੱਕ ਬੁੱਢਾ ਹਲਵਾਈ ਸੀ ਜੀ ਉੱਥੇ ਬਾਬੇ ਬਕਾਲੇ ਦੇ। ਤੇ ਉਸ ਹਲਵਾਈ ਨੂੰ ਪੁੱਛਦੇ ਪਏ, ਆਹ ਤੇ ਮੈਂ ਬਾਈ ਦੇਖ ਲਏ ਨੇ, ਵੀ ਇਸ ਨਗਰ ਦੇ ਵਿੱਚ ਬਕਾਲੇ ਦੇ ਵਿੱਚ ਕੋਈ ਹੋਰ ਵੀ ਹੈਗਾ ਗੁਰੂ ਜਾਂ ਕੋਈ ਸਾਧ ਜਾਂ ਕੋਈ ਬਾਬਾ? ਤੇ ਹਲਵਾਈ ਕਹਿਣ ਲੱਗਾ ਵੀ ਇੱਕ ਹੈਗਾ। ਤੇ ਸਾਧ ਸੰਗਤ ਜੀ ਮਾਫੀ ਪਹਿਲਾਂ ਮੰਗ ਲਈਏ ਗੁਰੂ ਸਾਹਿਬ ਜੀ ਕੋਲ। ਕਹਿਣ ਲੱਗਾ ਵੀ ਇੱਕ ਹੈਗਾ, ਲੋਕ ਉਹਨੂੰ ਤੇਗਾ ਕਮਲਾ ਕਮਲਾ ਕਹਿੰਦੇ ਨੇ, ਤੇਗਾ ਸ਼ਦਾਈ ਸ਼ਦਾਈ ਕਹਿੰਦੇ ਨੇ, ਪਰ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਵੰਸ਼ ਦੇ ਵਿੱਚੋਂ ਹੈ। ਗੁਰੂ ਹਰਗੋਬਿੰਦ ਸਾਹਿਬ ਦਾ ਛੋਟਾ ਬੇਟਾ ਹੈ। ਕਹਿਣ ਲੱਗਾ ਫਿਰ ਹੋ ਸਕਦਾ ਗੁਰੂ ਉਹੀ ਹੋਵੇ। ਭੋਰੇ ਸਾਹਿਬ ਦੇ ਬਾਹਰ ਨਾ ਜੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ। ਮਾਤਾ ਨਾਨਕੀ ਜੀ ਨੇ ਬਾਹਰ, ਭਾਈ ਗੜੀਆ ਜੀ ਬਾਹਰ ਹਨ। ਆਗਿਆ ਲਈ ਵੀ ਮੈਂ ਅੰਦਰ ਜਾਣਾ ਚਾਹੁੰਦਾ, ਮਿਲਣਾ ਚਾਹੁੰਦਾ। ਭੋਰੇ ਦੇ ਵਿੱਚ ਇੱਕ ਗੁਪਤ ਮੀਟਿੰਗ ਹੋਈ ਸੀ ਜੀ। ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਬਾਬੇ ਮੱਖਣ ਸ਼ਾਹ ਲਵਾਣਾ ਦੀ ਗੁਪਤ ਮੀਟਿੰਗ ਹੋਈ। ਇਹ ਤੁਹਾਨੂੰ ਗੁਰੂ ਜਾਣੇ ਨਾ ਵੀ ਕੀ ਮੀਟਿੰਗ ਹੋਈ, ਕੀ ਬਚਨ ਹੋਏ। ਪਰ ਬਾਬੇ ਮੱਖਣ ਸ਼ਾਹ ਦਾ ਭਰੋਸਾ ਸੀ ਕਿ ਸੂਰਜ ਠੰਡਾ ਹੋ ਸਕਦਾ, ਚੰਦਰਮਾ ਤੱਤਾ ਹੋ ਸਕਦਾ, ਸਮੁੰਦਰਾਂ ਦਾ ਪਾਣੀ ਸੁੱਕ ਸਕਦਾ, ਪਹਾੜ ਖੰਭ ਲਾ ਕੇ ਉੱਡ ਸਕਦੇ ਨੇ, ਪਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਬਚਨ ਝੂਠਾ ਨਹੀਂ ਹੋ ਸਕਦਾ ਕਿ ਬਾਬਾ ਵਸੇ ਗ੍ਰਾਮ ਬਕਾਲੇ। ਵੀ ਜੇ ਗੁਰੂ ਹੈ ਤੇ ਉਹ ਬਕਾਲੇ ਦੇ ਵਿੱਚ। ਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਕੀਤੇ ਨਾ ਜਾ ਕੇ ਬਾਬੇ ਮੱਖਣ ਸ਼ਾਹ ਨੇ, ਤੇ ਇਤਿਹਾਸ ਕਹਿੰਦਾ ਮੋਹਰਾਂ ਪਹਿਲਾਂ 2 ਹੀ ਰੱਖੀਆਂ ਸਨ ਗੁਰੂ ਸਾਹਿਬ ਜੀ ਦੀ। ਮੱਖਣ ਸ਼ਾਹ ਨੇ ਗੁਰੂ ਸਾਹਿਬ ਨੂੰ 2 ਹੀ ਮੋਹਰਾਂ ਰੱਖੀਆਂ ਸਨ। ਤੇ ਗੁਰੂ ਸਾਹਿਬ ਜੀ ਨੇ ਕਿਹਾ, ਭੋ ਮੱਖਣ ਤੂੰ ਅਤ ਸਿਆਣਾ, ਗੁਰ ਪ੍ਰਤਾਪ ਸੂਰੀ। ਮੱਖਣ ਸ਼ਾਹ ਤੂੰ ਸਿਆਣਾ ਸਿੱਖ ਹੈ। ਇਹ ਨਹੀਂ ਕਿਹਾ ਤੂੰ ਕੋਈ ਵਧੀਕੀ ਕੀਤੀ ਹੈ, ਤੂੰ ਸਿਆਣਾ ਸਿੱਖ ਹੈ। ਪਰ ਕਹਿਣ ਲੱਗੇ ਮੱਖਣ ਸ਼ਾਹ ਦਸਵੰਧ ਦੀ ਮਾਇਆ ਤੇ ਜ਼ਿਆਦਾ ਸੀ ਤੇ ਥੋੜੀ ਰੱਖ ਰਿਹਾ। ਦੇਖ ਸਾਨੂੰ ਕੋਈ ਮੋਹਰਾਂ ਦਾ ਲਾਲਚ ਨਹੀਂ,
ਸਾਨੂੰ ਕੋਈ ਧਨ ਦਾ ਲਾਲਚ ਨਹੀਂ, ਸਾਨੂੰ ਬਾਹਰ ਪ੍ਰਗਟ ਨਹੀਂ ਕਰਨਾ, ਬਾਹਰ ਕਿਸੇ ਨੂੰ ਦੱਸਣਾ ਨਹੀਂ ਤੇ ਮੂੰਹ ਕਾਲਾ ਹੋਵੇਗਾ। ਤੇ ਕਹਿੰਦੇ ਨੇ ਬਾਬੇ ਮੱਖਣ ਸ਼ਾਹ ਨੇ ਫਿਰ ਕੀ ਕੀਤਾ, ਉਹ ਤਵਾ ਜਿਹੜਾ ਸੀ ਨਾ ਜਿੱਤੇ ਮਾਤਾ ਨਾਨਕੀ ਜੀ ਪ੍ਰਸ਼ਾਦੇ ਬਣਾਉਂਦੇ ਸਨ, ਉਹ ਤਵਾ ਲੈ ਕੇ ਤੇ ਆਪਣਾ ਮੂੰਹ ਆਪ ਹੀ ਕਾਲਾ ਕਰ ਲਿਆ ਤੇ ਕੋਠੇ ਤੇ ਚੜ ਗਿਆ। ਤੇ ਕੋਠੇ ਤੇ ਚੜ ਕੇ ਗੁਰੂ ਲਾਦੋਰੇ ਕੋਠੇ ਚੜ ਉਸ ਰੋਲਾ ਪਾਇਆ। ਕੀ ਹੈ ਜੀ, ਇੱਕ ਸ਼ਾਹ ਨੇ ਸ਼ਾਹ ਦੇ ਸ਼ਾਹ ਨੂੰ ਜੱਗ ਦੇ ਵਿੱਚ ਇੰਜ ਪ੍ਰਗਟਾਇਆ। ਗੁਰੂ ਲਾਦੋਰੇ ਕੋਠੇ ਚੜ ਉਸ ਰੋਲਾ ਪਾਇਆ। ਤੇ ਮਸਕੀਨ ਜੀ ਨੇ ਬੜੀ ਬਖੂਬੀ ਦੇ ਨਾਲ ਇਸ ਪ੍ਰਸੰਗ ਨੂੰ ਦੁਹਰਾਇਆ। ਕਹਿੰਦੇ ਨੇ ਮੱਖਣ ਸ਼ਾਹ ਨੇ ਪਹਿਲਾਂ ਕਿਹਾ ਗੁਰੂ ਲਾਦੋਰੇ, ਫਿਰ ਉਸ ਤੋਂ ਦੂਸਰੀ ਆਵਾਜ਼ 'ਚ ਹੋਰ ਉੱਚੀ ਆਵਾਜ਼ 'ਚ ਗੁਰੂ ਲਾਦੋਰੇ, ਤੇ ਤੀਸਰੀ ਉਸ ਤੋਂ ਵੀ ਉੱਚੀ ਆਵਾਜ਼ ਸੱਚਾ ਗੁਰੂ ਲਾਦੋਰੇ। ਪੱਲੂ ਫੇਰ ਦਿੱਤਾ ਜੀ, ਗੁਰੂ ਸਾਹਿਬ ਜੀ ਨੂੰ ਪ੍ਰਗਟਾ ਦਿੱਤਾ। ਇਹ ਆ ਪ੍ਰਗਟਾਉਣ ਦਾ। ਵਣਜਾਰੇ ਇਹ ਧਨਾੜ ਸਿੱਖ ਕਿੰਨੀ ਸੇਵਾ ਮਿਲੀ ਜੀ। ਇੱਕ ਸ਼ਾਹ ਜਿਸ ਨੇ ਪ੍ਰਗਟ ਕੀਤਾ ਤੇ ਇੱਕ ਸ਼ਾਹ ਜਿਸ ਨੇ ਸੰਸਕਾਰ ਕੀਤਾ ਮਹਾਰਾਜ। ਦੂਸਰਾ ਸ਼ਾਹ ਕਿਹੜਾ, ਇੱਕ ਸ਼ਾਹ ਨੇ ਸ਼ਾਹ ਦੇ ਸ਼ਾਹ ਨੂੰ ਆਪਣੇ ਘਰ ਦੇ ਵਿੱਚ ਇੰਜ ਛਪਾਇਆ। ਆਪਣੇ ਘਰ ਲਈ, ਆਪਣੇ ਗੁਰੂ ਲਈ ਲਾਂਬੂ ਲਾ ਕੇ ਉਸ ਵੀ ਆਪਣਾ ਫਰਜ਼ ਨਿਭਾਇਆ, ਉਸ ਵੀ ਆਪਣਾ ਫਰਜ਼ ਨਿਭਾਇਆ। ਸਤਿ ਸ੍ਰੀ ਅਕਾਲ। ਦੋਨਾਂ ਨੇ ਆਪਣਾ ਫਰਜ਼ ਨਿਭਾ ਦਿੱਤਾ ਜੀ। ਅੱਜ ਉਹ ਦਿਨ ਹੈ ਗੁਰੂ ਸਾਹਿਬ ਜੀ ਦਾ। ਤੇ ਮੈਂ ਦੱਸਦਾ ਜਾਵਾਂ ਨਾ ਜੀ, ਕਈ ਸੱਜਣ ਕਹਿੰਦੇ ਨੇ ਜੀ ਗੁਰਗੱਦੀ ਤੇ ਪਹਿਲਾਂ ਮਿਲ ਗਈ ਸੀ। ਗੁਰਗੱਦੀ ਤੇ ਮਹਾਰਾਜ ਦੇ ਬਚਨਾਂ ਨਾਲ ਹੀ ਮਿਲ ਗਈ ਸੀ। ਜਦੋਂ ਮਹਾਰਾਜ ਨੇ ਕਿਹਾ ਸੀ ਨਾ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਵੀ ਬਾਬਾ ਵਸੇ ਗ੍ਰਾਮ ਬਕਾਲੇ, ਪਰ ਗੁਰੂ ਸਾਹਿਬ ਜੀ ਨੂੰ ਪ੍ਰਗਟ ਕਰਨਾ ਇੱਕ ਬੜਾ ਕੋਈ ਧਨਾੜ ਵਿਅਕਤੀ ਚਾਹੀਦਾ ਸੀ, ਬੜਾ ਕੋਈ ਬਲ ਵਾਲਾ, ਕੋਈ ਸੂਰਮਾ ਵਿਅਕਤੀ ਚਾਹੀਦਾ ਸੀ। ਜਿਹੜੇ ਧੀਰ ਮਲੀਏ ਸਨ ਇਹ ਪੇਸ਼ ਨਹੀਂ ਸਨ ਜਾਣ ਦਿੰਦੇ। ਤੇ ਜਿਹੜੇ ਬਾਕੀ ਸਿੱਖ ਨੇ ਨਾ ਜੀ, ਲੰਬਾ ਇਤਿਹਾਸ ਹੈ। ਭਾਈ ਗੜੀਆ ਜੀ, ਭਾਈ ਦਵਾਰਕਾ ਜੀ ਤੇ ਬਾਬਾ ਬੁੱਢਾ ਸਾਹਿਬ ਜੀ ਦੀ ਕੁਲ ਦੇ ਵਿੱਚੋਂ ਭਾਈ ਗੁਰਦਿੱਤਾ ਜੀ, ਇਹ ਸਾਰੇ ਆਏ ਨੇ ਤੇ ਇਹਨਾਂ ਨੇ ਨਾਲ ਸਾਥ ਦਿੱਤਾ ਬਾਬੇ ਮੱਖਣ ਸ਼ਾਹ ਲਵਾਨਾ ਦਾ। ਫਿਰ ਉਹ ਸਾਰੀਆਂ ਰਸਮਾਂ ਜਿਹੜੀਆਂ ਨੇ ਨਿਭਾਈਆਂ ਗਈਆਂ ਨੇ। ਅੱਜ ਗੁਰੂ ਲਾਦੋਰੇ ਦਿਵਸ ਦੀ ਆਪ ਜੀ ਨੂੰ ਗੁਰੂ ਲਾਦੋਰੇ ਸੁਸਾਇਟੀ ਯੂਕੇ ਵੱਲੋਂ, ਅਕਾਲ ਚੈਨਲ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਜੀ। ਆਓ ਅਗਲਾ ਪ੍ਰੋਗਰਾਮ ਅਜੇ ਬੜਾ ਰਸ ਭਿੰਨਾ ਪ੍ਰੋਗਰਾਮ ਹੈ। ਮੈਂ ਅਕਾਲ ਚੈਨਲ ਦੇ ਸਾਡੇ ਮੁੱਖ ਸੇਵਕ ਸਰਦਾਰ ਅਮਰੀਕ ਸਿੰਘ ਜੀ ਕੂਨਰ, ਤਿੰਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ। ਸਾਡੇ ਪਿਆਰੇ ਵੀਰ ਜਗਜੀਤ ਸਿੰਘ ਜੀ, ਮੈਨੇਜਰ ਸਾਹਿਬ ਸਾਡੇ ਰਵੀ ਜੀ ਤੇ ਕੁਲਵੰਤ ਸਿੰਘ ਜੀ ਪੰਨੂ, ਸਰਦਾਰ ਗੁਰਿੰਦਰ ਸਿੰਘ ਜੀ, ਸਰਦਾਰ ਨਵਦੀਪ ਸਿੰਘ ਜੀ, ਸਰਦਾਰ ਦਲਜੀਤ ਸਿੰਘ ਜੀ, ਅਮਨਪ੍ਰੀਤ ਸਿੰਘ ਜੀ ਤੇ ਸਾਰਾ ਸਟਾਫ ਜਿਹੜੇ ਕਿ ਬੜੀ ਮਿਹਨਤ ਕਰ ਰਹੇ ਨੇ। ਅੱਜ ਸਵੇਰ ਤੋਂ ਅਕਾਲ ਚੈਨਲ ਤੇ ਦੀਵਾਨ ਸੱਜਿਆ ਹੋਇਆ ਹੈ ਤੇ ਮਹਾਰਾਜ ਜੀ ਕਿਰਪਾ ਕਰਨ ਜੀ। ਇਹ ਇਸ ਤਰ੍ਹਾਂ ਅਸੀਂ ਇਹ ਦਿਹਾੜੇ ਮਨਾਉਂਦੇ ਰਹੀਏ। ਫਿਰ ਵਿਸ਼ੇਸ਼ ਤੌਰ ਤੇ ਸਰਗਵਾਸੀ ਬਾਬੂ ਕਰਮ ਸਿੰਘ ਜੀ, ਸੱਚਖੰਡ ਦੇ ਵਿੱਚ ਉਹਨਾਂ ਦਾ ਵਾਸਾ ਹੋਵੇ ਜੀ, ਜਿਨ੍ਹਾਂ ਨੇ ਐਡਾ ਵੱਡਾ ਇਹ ਸਿੱਖੀ ਦਾ ਬੂਟਾ ਲਗਾਇਆ। ਉਹਨਾਂ ਦੇ ਸਾਰੇ ਪਰਿਵਾਰ ਦਾ, ਸਾਡੇ ਵੀਰ ਸਤਨਾਮ ਸਿੰਘ ਜੀ ਹੋਲੈਂਡ ਤੋਂ, ਸਾਡੇ ਪਿਆਰੇ ਵੀਰ ਸਰਦਾਰ ਦਲੀਪ ਸਿੰਘ ਜੀ ਪੱਪੂ, ਉਹਨਾਂ ਦਾ ਤੇ ਸਾਰੇ ਸਹਿਯੋਗੀ ਸਾਡੇ ਜਿੰਨੀਆਂ ਵੀ ਸੰਗਤਾਂ ਨੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਮੈਂ ਵਿਸ਼ੇਸ਼ ਤੌਰ ਤੇ ਸਾਡੇ ਵੀਰ ਜੋਗਿੰਦਰ ਸਿੰਘ ਜੀ ਹਰਿਆਣਾ ਦੇ ਵਾਸੀ, ਜਿਹੜੇ ਇੰਡੀਆ ਪੱਕੇ ਤੌਰ ਤੇ ਚਲੇ ਗਏ ਨੇ, ਜਿਨ੍ਹਾਂ ਨੇ ਸੌਥਾਲ ਦੇ ਵਿੱਚ ਪਹਿਲਾਂ ਸ਼ੁਰੂ ਕੀਤਾ, ਸਾਡੇ ਵੀਰ ਬਲਕਾਰ ਸਿੰਘ ਜੀ ਅਤੇ ਹੁਣ ਸਾਡੇ ਪਿਆਰੇ ਵੀਰ ਜਗਜੀਤ ਸਿੰਘ ਜੀ ਸੌਥਾਲ ਤੋਂ, ਤੇ ਉਹਨਾਂ ਦੇ ਨਾਲ ਨਾਲ ਉਹਨਾਂ ਦੇ ਸਾਥੀ ਸਰਦਾਰ ਮਲਕ ਸਿੰਘ ਜੀ, ਸਰਦਾਰ ਗੁਰਦੀਪ ਸਿੰਘ ਜੀ, ਸਰਦਾਰ ਨੱਥਾ ਸਿੰਘ ਜੀ, ਜਿਹੜੇ ਬੜੀ ਉੱਚ ਪੱਧਰ ਤੇ ਇਹ ਦਿਹਾੜਾ ਮਨਾਉਂਦੇ ਨੇ। ਗੁਰੂ ਸਾਹਿਬ ਇਹ ਸਾਰੇ ਉਪਰਾਲੇ ਬਖਸ਼ਦੇ ਰਹਿਣ। ਭਾਈ ਗੁਰਦੀਪ ਸਿੰਘ ਜੀ ਸ਼ਾਨ, ਭਾਈ ਪਰਮਜੀਤ ਸਿੰਘ ਜੀ ਕਰਮੋਨਾ ਇਟਲੀ ਵਾਲੇ, ਵੀਰ ਸਾਡੇ ਮੱਖਣ ਸਿੰਘ ਜੀ ਸਟੇਟ ਸੈਕਟਰੀ ਨੱਥੂਪੁਰ ਵਾਲੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ। ਆਓ ਅਗਲਾ ਪ੍ਰੋਗਰਾਮ ਬੜੇ ਪਿਆਰ ਦੇ ਨਾਲ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।